ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅੱਜ ਸਾਡਾ ਵਿਸ਼ਾ ਰਹੇਗਾ ਕਿ ਪੰਜਾਬ ਕਿਹੜੇ ਚੱਕਰਵਿਊਹ ਦੇ ਵਿੱਚ ਫਸਿਆ ਹੋਇਆ। ਜਦੋਂ ਅਸੀਂ ਲੀਡਰਾਂ ਦੀਆਂ ਰੈਲੀਆਂ ਦੇਖਦੇ ਹਾਂ, ਉਹਨਾਂ ਦੇ ਵਿੱਚ ਇਕੱਠ ਨੂੰ ਦੇਖਦੇ ਹਾਂ, ਸਵਾਲ ਬਹੁਤ ਤਰ੍ਹਾਂ ਦੇ ਖੜੇ ਹੁੰਦੇ ਨੇ ਕਿ ਆਖਿਰਕਾਰ ਇਹਨਾਂ ਲੀਡਰਾਂ ਦੇ ਮਗਰ ਲੱਗਣ ਵਾਲੇ ਇਹ ਲੋਕ ਕੌਣ ਨੇ। ਜਦੋਂ ਅੱਜ ਇੱਕ ਪਾਸੇ ਅਸੀਂ ਕਿਸਾਨੀ ਅੰਦੋਲਨ ਨੂੰ ਵੀ ਦੇਖਦੇ ਹਾਂ ਕਿ ਲੋਕਾਂ ਨੂੰ ਬਹੁਤ ਜਾਗਰੂਕਤਾ ਲੋਕਾਂ 'ਚ ਪੈਦਾ ਹੋ ਚੁੱਕੀ ਹੈ। ਲੋਕ ਸਮਝ ਰਹੇ ਨੇ ਕਿ ਸਿਆਸਤਦਾਨ ਕਿਵੇਂ ਉਹਨਾਂ ਦੇ ਸਿਰਾਂ ਦੇ ਉੱਤੇ ਪੈਰ ਧਰ ਕੇ, ਜਾਂ ਕਹਿ ਲਓ ਕਿ ਕਿਵੇਂ ਉਹਨਾਂ ਦੇ ਸਿਰਾਂ ਤੇ ਅੱਗੇ ਵੱਧਦੇ ਨੇ, ਫਿਰ ਰਾਜ ਕਰਦੇ ਨੇ, ਫਿਰ ਉਹਨਾਂ ਨੂੰ ਲਾਠੀਆਂ ਦਾ ਸਾਹਮਣਾ ਕਰਨਾ ਪੈਂਦਾ। ਸਿਸਟਮ ਤਬਦੀਲੀ ਦੀ ਵੀ ਗੱਲ ਹੁੰਦੀ ਹੈ ਕਿ ਸਿਸਟਮ ਦੇ ਵਿੱਚ ਜੇ ਆਮ ਲੋਕ, ਚੰਗੇ ਲੋਕ ਅੱਗੇ ਆ ਜਾਣਗੇ ਤਾਂ ਸ਼ਾਇਦ ਕੁਝ ਬਦਲ ਜਾਵੇ। ਪਰ ਜਦੋਂ ਇਹ ਤਸਵੀਰਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਲੀਡਰਾਂ ਦੇ ਮਗਰ ਮਗਰ ਕੋਈ ਮੋਟਰਸਾਈਕਲਾਂ ਤੇ ਜਾ ਰਿਹਾ, ਕੋਈ ਉਹਨਾਂ ਦੇ ਝੰਡੇ ਘਰਾਂ ਤੇ ਲਾ ਰਿਹਾ, ਕੋਈ ਆਪਣੀਆਂ ਟੀ-ਸ਼ਰਟਾਂ ਦੇ ਉੱਤੇ ਲਾਈ ਬੈਠਾ, ਕੋਈ ਮੋਟਰਸਾਈਕਲਾਂ ਤੇ ਲਾਈ ਬੈਠਾ। ਇਹ ਤਸਵੀਰਾਂ ਪੰਜਾਬ ਨੂੰ ਚੱਕਰਵਿਊਹ ਵਿੱਚ ਫਸੇ ਹੋਣ ਦੀਆਂ ਗਵਾਹ ਬਣਦੀਆਂ ਨੇ। ਉਹ ਕਿੱਦਾਂ ਬਣਦੀਆਂ ਨੇ, ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ, ਕਿੱਦਾਂ ਦੇਖਦੇ ਹੋ, ਜਿਸ ਦੀ ਮੈਂ ਗੱਲ ਕੀਤੀ ਹੈ, ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ, ਕਿ ਇਹ ਕੁਝ ਜਿਹੜਾ ਸਾਨੂੰ ਅੱਜ ਦੇਖਣ ਨੂੰ ਮਿਲਦਾ ਹੈ ਕਿ ਵੱਡੇ ਵੱਡੇ ਇਕੱਠ ਲੀਡਰਾਂ ਦੇ ਉੱਤੇ, ਉਹ ਵੀ ਲੋਕ ਜਿਹੜੇ ਪੰਜਾਬ ਦੇ ਆਪਣੇ ਆਪ ਨੂੰ ਹਿਤੈਸ਼ੀ ਕਹਿੰਦੇ ਨੇ ਜਾਂ ਪੰਜਾਬੀ ਹੋਣ ਦੀ ਗੱਲ ਕਹਿੰਦੇ ਨੇ, ਤੇ ਇੱਕ ਪਾਸੇ ਹਿਸਾਬ ਵੀ ਮੰਗਦੇ ਨੇ, ਕਹਿੰਦੇ ਪਿੰਡਾਂ 'ਚ ਵੀ ਨਹੀਂ ਵੜਨ ਦੇਣਾ। ਦੇਖੋ, ਗੱਲ ਇਹ ਹੈ ਸੁਖਵਿੰਦਰ ਜੀ ਵੀ ਪੰਜਾਬ ਇੱਕ ਐਸੇ ਘੁੰਮਣ ਘੇਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਘੁੰਮਣ ਘੇਰੀ 'ਚ ਫਸਿਆ ਹੈ ਜਿਹ 'ਚੋਂ ਨਿਕਲਣ ਦਾ ਰਸਤਾ ਕੋਈ ਕਿਸੇ ਨੂੰ ਵੀ ਨਹੀਂ ਦਿਖਦਾ ਜੇ। ਕਾਰਨ ਉਹਦਾ ਇਹ ਹੈ ਕਿ ਲੋਕਾਂ ਨੂੰ ਜਿਹੜਾ ਇੱਕ ਹਾਂ ਪੱਖੀ ਏਜੰਡਾ ਹੈ, ਜਿਹੜੇ ਹਾਂ ਪੱਖੀ ਇੱਥੇ ਪ੍ਰੋਗਰਾਮ ਹੈ, ਉਹ ਕੋਈ ਦੇ ਹੀ ਨਹੀਂ ਰਿਹਾ। ਅਤੇ ਉਹਦੇ ਵਿੱਚ ਫਿਰ ਲੋਕਾਂ ਨੂੰ, ਕਿਉਂਕਿ ਚੋਣ ਤਾਂ ਆ ਹੀ ਰਹੀ ਹੈ, ਚੋਣਾਂ ਹੋਣੀਆਂ ਵੀ ਨੇ, ਚੋਣਾਂ ਥੋੜ੍ਹੀਆਂ ਵੋਟਾਂ ਨਾਲ ਜਿੱਤਣ, ਬਹੁਤੀਆਂ ਨਾਲ ਜਿੱਤਣ, ਵੋਟਾਂ ਘੱਟ ਪੈਣ ਵੱਧ ਪੈਣ ਨੂੰ ਚੋਣ ਹੋ ਜਾਣੀ ਹੈ। ਤਾਂ ਉਹਦੇ ਵਿੱਚੋਂ ਲੋਕਾਂ ਨੂੰ ਆਖਰਕਾਰ ਆਪਣੇ ਕੰਮ ਕਰਾਉਣ ਵੀ ਜਾਣਾ ਪੈਣਾ, ਕਿਉਂਕਿ ਕੰਮ ਤਾਂ ਉਹ ਹੁੰਦੇ ਨਹੀਂ। ਜਿਹੜਾ ਸਿਸਟਮ ਅਸੀਂ ਬਣਾਤਾ ਉਹ ਇਹ ਬਣਾਤਾ ਵੀ ਜਿਹੜਾ ਕਿਸੇ ਨੂੰ ਬੁਢਾਪਾ ਪੈਨਸ਼ਨ ਦਾ ਚੈੱਕ ਵੀ ਮਿਲਣਾ, ਉਹ ਵੀ ਕਈ ਵਾਰੀ ਇਹ ਹੁੰਦਾ ਵੀ MLA ਜਾ ਕੇ ਦਿਓ ਜਾਂ ਹਲਕਾ ਇੰਚਾਰਜ ਦੇਊਗਾ। ਬਾਕੀ ਕਰਜ਼ਾ ਮਾਫੀ ਦੇ ਚੈੱਕ ਵੀ ਐਂ ਵੰਡੇ ਜਾਂਦੇ ਨੇ ਜਿਵੇਂ ਕੋਈ ਦਾਨ ਦੇ ਰਿਹਾ ਹੁੰਦੇ ਆ। ਜੇ ਆਪਾਂ ਦੇਖੀਏ ਵੀ ਜਿਹੜਾ ਟੀਕਾਕਰਨ ਦਾ, ਉਹ ਸਾਰਾ ਪੈਸਾ 35,000 ਕਰੋੜ ਰੁਪਈਆ ਸੀਤਾਰਮਨ ਜੀ ਨੇ ਰੱਖਿਆ ਬਜਟ 'ਚ। ਉਹ ਜਿਹੜਾ ਟੀਕੇ ਦੀ ਫੋਟੋ ਸਰਟੀਫਿਕੇਟ ਆਉਂਦਾ ਤੇ ਫੋਟੋ ਮੋਦੀ ਸਾਹਿਬ ਦੀ ਹੈ, ਜਿਵੇਂ ਮੋਦੀ ਸਾਹਿਬ ਹੀ ਸ਼ਾਇਦ ਜੇਬ 'ਚੋਂ ਦਿੰਦੇ ਹੁਣ, ਜਾਂ ਮੋਦੀ ਸਾਹਿਬ ਜੇ ਨਾ ਹੁੰਦੇ ਤਾਂ ਸ਼ਾਇਦ ਲੋਕਾਂ ਦੇ ਟੀਕੇ ਨਹੀਂ ਲੱਗਣੇ ਸੀ। ਇੱਦਾਂ ਹੀ ਇੱਥੇ ਫਤਿਹ ਕਿੱਟ ਵੰਡੀ ਕਰੋਨਾ ਦੇ ਵਿੱਚ। ਯਾਨੀ ਕਿ ਅਸੀਂ ਹਰ ਸੰਕਟ ਨੂੰ ਵੀ ਆਪਦੇ ਪ੍ਰਚਾਰ ਦਾ ਸਾਧਨ ਬਣਾਉਂਦੇ ਹਾਂ। ਅਤੇ ਉਹਦੇ ਵਿੱਚ ਆਪਣੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਫੋਟੋ ਆ ਰਹੀ ਸੀ। ਉਦੋਂ ਪਹਿਲਾਂ ਇੱਕ ਵਾਰੀ ਐਂਬੂਲੈਂਸ ਦੇ ਉੱਤੇ ਬਾਦਲ ਸਾਹਿਬ ਦੀ ਫੋਟੋ ਦਾ ਰੌਲਾ ਪਿਆ ਸੀ ਵੀ ਫੋਟੋ ਚਾਹੀਦੀ ਹੈ ਜੀ ਮੁੱਖ ਮੰਤਰੀ ਸਾਹਿਬ ਦੀ। ਸੋ ਉਹ ਅਸੀਂ ਐਂ ਪੇਸ਼ ਕਰਦੇ ਹਾਂ, ਲੋਕਾਂ ਦੀ ਇੱਕ ਮਾਨਸਿਕਤਾ ਅਸੀਂ ਇਹੋ ਜਿਹੀ ਬਣਾਤੀ। ਸਾਡੇ ਸਿੱਖਿਆ ਤੰਤਰ ਨੇ, ਕਿਉਂਕਿ ਬੱਚਿਆਂ ਨੂੰ ਸਮਝਾਇਆ ਤਾਂ ਕੁਛ ਹੈ ਨਹੀਂ, ਜਾਂ ਤਾਂ ਪ੍ਰਾਈਵੇਟ ਸਕੂਲਾਂ ਨੇ ਉਹਨੂੰ ਰੋਬੋਟ ਬਣਾਤਾ, ਜਾਂ ਸਰਕਾਰੀ ਸਕੂਲਾਂ ਨੇ ਉਹਨੂੰ ਬਿਲਕੁਲ ਬੰਦਾ ਹੀ ਨਹੀਂ ਛੱਡਿਆ। ਉਹ ਮਤਲਬ ਵਿਚਾਰਾ 8ਵੀਂ 'ਚ ਪੜ੍ਹਦਾ ਤਾਂ ਵੀ ਕੁਛ ਨਹੀਂ ਆਉਂਦਾ। ਫਿਰ ਉਹ ਪਿਛਲਾ ਗਵਾਉਂਦੇ ਨੇ। ਪਿਛਲੇ 30 ਸਾਲਾਂ 'ਚ ਅਤੇ 40 ਸਾਲਾਂ 'ਚ ਅਸੀਂ ਪਿਛੜਗ ਲੋਕ ਜ਼ਿਆਦਾ ਬਣਾਏ ਨੇ। ਉਹ ਪਿਛੜਗ ਲੋਕ ਇਹ ਸਮਝਦੇ ਨੇ ਵੀ ਸਾਡੀ ਆਪਣੀ ਤਾਂ ਤਾਕਤ ਹੈ ਨਹੀਂ। ਉਹਨਾਂ ਨੂੰ ਕਿਹਾ ਵੀ ਇਹ, ਉਹਨਾਂ ਨੂੰ ਕੁਛ ਪਤਾ ਨਹੀਂ, ਜੋ ਵੀ ਆਪਾਂ ਕਹਿਣਾ ਨਹੀਂ ਚਾਹੀਦੇ ਜੇ ਲਫ਼ਜ਼, ਉਹਨਾਂ ਨੂੰ ਕੀ ਸਮਝਦੇ ਨੇ, ਉਹਨਾਂ ਬੰਦੇ ਨਹੀਂ ਸਮਝਦੇ ਇਹ। ਸੋ ਉਹ ਬੰਦੇ ਇੱਕ ਤਾਂ ਜਿਹੜੇ ਨੇ ਵੀ ਉਹਨਾਂ ਨੇ ਆਪਦਾ ਕੰਮ ਕਰਾਉਣਾ। ਦੂਜੀ ਗੱਲ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਜਦ ਆਪਾਂ ਇਕੱਠ ਨੂੰ ਦੇਖਦੇ ਹਾਂ, ਵਿਜ਼ੂਅਲਸ ਨੂੰ ਦੇਖਦੇ ਹਾਂ, ਤੁਸੀਂ ਜਾਣਦੇ ਹੋ ਮੀਡੀਆ ਦਾ ਇੱਕ ਸਟਾਈਲ ਹੁੰਦਾ। ਉਹ ਮੀਡੀਆ 'ਚ ਜਿਹੜਾ ਬੰਦਾ ਤਿੱਖਾ ਹੈ ਉਹਨੂੰ ਉਹ ਫੋਟੋਗ੍ਰਾਫੀ ਆਉਂਦੀ ਹੈ। ਉਹ ਛੋਟੇ ਇਕੱਠ ਨੂੰ ਵੀ ਵੱਡਾ ਦਿਖਾ ਸਕਦਾ ਹੁੰਦਾ ਅਤੇ ਵੱਡੇ ਨੂੰ ਛੋਟਾ ਦਿਖਾ ਸਕਦਾ। ਤੀਜੀ ਗੱਲ ਐਂ ਤਾਂ ਹੈ ਨਹੀਂ ਵੀ ਇਹਦੇ ਕਾਂਗਰਸ ਦੇ ਜਾਂ ਅਕਾਲੀਆਂ ਦੇ, ਜਾਂ ਕਾਂਗਰਸ ਦੇ ਵੱਖ ਵੱਖ ਲੀਡਰਾਂ ਦੇ, ਜਾਂ ਅਕਾਲੀਆਂ ਦੇ ਵੱਖ ਵੱਖ ਲੀਡਰਾਂ ਦੇ, ਜਾਂ ਆਪ ਵਾਲਿਆਂ ਦੇ, ਜਾਂ BSP ਦਾ, ਜਾਂ BJP ਦਾ ਕੋਈ ਵੀ ਬੰਦਾ ਨਹੀਂ ਹੈ। ਬੰਦੇ ਤਾਂ ਉਹਨਾਂ ਦੇ ਨਾਲ ਹੈਗੇ ਨੇ ਕੁਛ ਨਾ ਕੁਛ, ਪਰ ਜਿੰਨੇ ਕੁ ਬੰਦੇ ਹੈਗੇ ਨੇ, ਜੇ ਅਸੀਂ ਉਸ ਜ਼ਿਲ੍ਹਿਆਂ ਦੀ ਆਬਾਦੀ ਦੇਖੀਏ, ਹੁਣ ਜੇ ਇਕੱਲੇ ਬਟਾਲਾ ਸ਼ਹਿਰ ਦੀ ਆਬਾਦੀ, ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਬਟਾਲਾ ਸ਼ਹਿਰ ਦੀ ਆਬਾਦੀ ਦੇਖੋ, ਫਿਰ ਆਪਾਂ ਨੂੰ ਪਤਾ ਲੱਗ ਜੂ ਇਹ ਬੰਦੇ ਕਿੰਨੇ ਕੁ ਨੇ, ਕਿੰਨੀ ਵੋਟ ਹੈ ਉਸ ਦੀ। ਪੰਜਾਬ ਦੇ ਵਿੱਚ ਅੱਜ ਤਕਰੀਬਨ 2 ਕਰੋੜ ਵੋਟ ਹੈ। ਜੇ 2 ਕਰੋੜ ਵੋਟ ਹੈ ਅਤੇ 2 ਕਰੋੜ ਵੋਟ ਦਾ ਮਤਲਬ ਇਹ ਹੋਇਆ ਵੀ ਬਟਾਲੇ ਵਰਗੇ ਸ਼ਹਿਰ ਜਿਹੜੇ ਨੇ, ਇਹ 270, ਬਟਾਲੇ ਵਰਗੇ ਤਾਂ ਬਹੁਤ ਥੋੜ੍ਹੇ ਨੇ, ਉਹ ਤਾਂ ਸਾਰੀ 20 ਨੇ। ਉਂਝ ਟੋਟਲ ਸ਼ਹਿਰ ਵੀ 217 ਨੇ। ਹੁਣ 217 ਸ਼ਹਿਰਾਂ ਦੇ ਵਿੱਚ ਜੇ ਆਪਾਂ ਸੋਚੀਏ ਵੀ ਇਹ ਇੱਕ ਬਹੁਤ ਵੱਡਾ ਇੱਕ ਕਰਿਸ਼ਮਾ ਹੈ, ਤਾਂ ਮੈਨੂੰ ਕੋਈ ਐਦਾਂ ਨਹੀਂ ਲੱਗਦਾ। ਉਹ ਜਲੂਸ ਦਿਖਾ ਕੇ, ਹੁਣ ਜਿਵੇਂ ਬਾਦਲ, ਸੁਖਬੀਰ ਬਾਦਲ ਜੀ ਜਾਂਦੇ ਨੇ,
ਉਹ ਪਹਿਲਾਂ ਲੋਕ ਘਿਰਾਓ ਕਰਦੇ ਸੀ, ਉਹਨਾਂ ਨੇ ਅੱਗੇ ਵੀ 400-500 ਬੱਚਾ, 100 ਬੱਚੇ ਹੀ 400-500 ਕਹਿ ਦਿੰਦੇ ਨੇ, 40-50 ਵੀ ਹੋਣ ਤਾਂ ਵੀ ਮੋਟਰਸਾਈਕਲ 40-50 ਹੋਏ, ਇਕੱਲਾ ਜਾ ਰਿਹਾ ਮੋਟਰਸਾਈਕਲਾਂ ਤੇ, ਪਿੱਛੇ ਗੱਡੀਆਂ ਆ ਰਹੀਆਂ ਨੇ 10-20, ਉਹ ਬੜਾ ਵੱਡਾ ਇਕੱਠ ਲੱਗਦਾ। ਉਹ ਐਂ ਲੱਗਦਾ ਵੀ ਬਹੁਤ ਵੱਡਾ। ਮੈਂ ਇਹਦੀ ਕੰਕਰੀਟ ਉਦਾਹਰਨ ਦੇ ਦਿੰਦਾ। ਪਰਸੋਂ ਦੀ ਗੱਲ ਹੈ, ਅਸੀਂ ਇੱਕ ਇੱਥੇ ਜਾਗਦਾ ਪੰਜਾਬ ਮਿਸ਼ਨ ਹੈ, ਤੇ ਉਹ ਬੜੇ ਸੁਹਿਰਦ ਲੋਕਾਂ ਨੇ ਬਣਾਇਆ ਹੋਇਆ। ਮੈਨੂੰ ਵੀ ਉਹਨਾਂ ਨੇ ਬੁਲਾਇਆ ਕਿ ਜੀ ਤੁਸੀਂ ਸਾਡੇ ਉਸ ਦੇ ਵਿੱਚ ਆਓ, ਅਸੀਂ ਇੱਕ ਮਾਰਚ ਕੱਢਣਾ। ਉਹ ਮਹਿਲਾ ਚੌਕ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ। ਮਹਿਲਾ ਚੌਕ ਤੋਂ ਉਹ ਸ਼ੁਰੂ ਹੋਇਆ ਮਾਰਚ, ਸੁਨਾਮ ਦੇ ਵਿੱਚ ਦੀ ਹੁੰਦਾ ਹੋਇਆ, ਫਿਰ ਅੱਗੇ ਜਖੇਪਲ ਹੈ ਜੀ, ਤੇ ਆਪਣਾ ਗੰਢੂਆ ਹੈ, ਤੇ ਇਹਨਾਂ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਅਲਟੀਮੇਟਲੀ ਉਹ ਧਰਮਗੜ੍ਹ ਹੈ, ਦਿਲਵੇ ਪਹੁੰਚਿਆ। ਤੇ ਉਹਦੇ ਵਿੱਚ ਦੇਖਣ ਨੂੰ ਬੜਾ ਵੱਡਾ ਇਕੱਠ ਲੱਗਦਾ ਸੀ, ਬੜਾ ਵੱਡਾ ਕਾਫਲਾ ਸੀ ਉਹ ਦੇਖਣ ਨੂੰ। ਜਦ ਉਹਨੂੰ ਗਿਣੋ, ਜਿਹੜੇ ਉੱਥੇ ਇੱਕ ਧਰਮਸ਼ਾਲਾ ਟਾਈਪ ਦੇ ਵਿੱਚ ਉਹਨਾਂ ਨੇ ਕਰਿਆ ਫੰਕਸ਼ਨ, ਕੇ ਚਾਹੇ ਪਤਾ ਨਹੀਂ ਧਰਮਸ਼ਾਲਾ ਸੀ ਕੀ ਸੀ, ਵੱਡਾ ਹਾਲ ਸੀ, ਉਹ ਵੀ ਤਕਰੀਬਨ ਕਾਫੀ ਜ਼ਿਆਦਾ ਭਰਿਆ ਹੋਇਆ ਸੀ, 3/4। ਤੇ ਉਹ ਬੰਦੇ ਤਾਂ ਉੱਥੇ ਮਤਲਬ 400-500 ਤੋਂ ਵੱਧ ਨਹੀਂ ਹੋ ਸਕਦੇ, ਜੋ ਮੇਰੀ ਅੰਦਾਜ਼ਾ ਸੀਗਾ। ਮੇਰੀ ਆਦਤ ਹੈ, ਮੈਂ ਹਰ ਇਕੱਠ 'ਚ ਬੰਦਿਆਂ ਨੂੰ ਗਿਣਨ ਦੀ ਕੋਸ਼ਿਸ਼ ਕਰਦਾ, ਇਕੱਲੇ ਨੂੰ ਨਹੀਂ, ਵੀ ਲਾਈਨਾਂ ਕਿੰਨੀਆਂ ਨੇ, ਉਹ ਆਪਦਾ ਤਰੀਕਾ ਮੇਰਾ। ਟੈਂਟ ਗਿਣ ਕੇ ਉਹ 300-400 ਬੰਦੇ ਦਾ ਹੀ ਐਂ ਲੱਗਦਾ ਸੀ ਵੀ ਇਹ ਤਾਂ ਹਾਲ ਭਰਿਆ ਹੋਇਆ ਜੀ, ਕਿਉਂਕਿ ਜਿੱਦਾਂ ਛੋਟਾ ਹਾਲ ਹੋਊਗਾ, ਛੋਟੀ ਥਾਂ ਹੋਊ, ਉੱਥੇ ਜ਼ਿਆਦਾ ਬੰਦੇ ਲੱਗਣਗੇ, ਵੱਡਾ ਹਾਲ ਹੋਊ, ਬੰਦੇ ਥੋੜ੍ਹੇ ਜ਼ਿਆਦਾ ਵੀ ਥੋੜ੍ਹੇ ਲੱਗਣਗੇ। ਸੋ ਇਹ ਇੱਕ ਤੌਰ ਤਰੀਕਾ ਹੁੰਦਾ। ਸੋ ਉਹਦੇ ਵਿੱਚ ਲੋਕ ਉਹਨਾਂ ਨਾਲ ਹੈਗੇ ਨੇ। ਪਹਿਲੀ ਗੱਲ ਇਹ ਸਮਝਣਾ ਕਿ ਸਿਆਸੀ ਪਾਰਟੀਆਂ ਨਾਲ ਕੋਈ ਵੀ ਨਹੀਂ ਹੈ, ਇਹ ਮੇਰਾ ਖਿਆਲ ਹੈ ਸਾਡੀ ਨਾਦਾਨੀ ਹੋਏਗੀ, ਸਾਡੀ ਭੁੱਲ ਹੋਏਗੀ। ਪਰ ਇਹ ਸਮਝ ਲੈਣਾ ਵੀ ਸਭੀ ਸਿਆਸੀ ਪਾਰਟੀਆਂ ਦੇ ਨਾਲ ਨੇ, ਇਹ ਵੀ ਵੱਡੀ ਭੁੱਲ ਹੋਏਗੀ, ਉਦੋਂ ਵੱਡੀ ਭੁੱਲ ਹੋਏਗੀ। ਇਹ ਸਮਝ ਲੈਣਾ ਕਿ ਕਿਸਾਨੀ ਅੰਦੋਲਨ ਦਾ ਕੋਈ ਅਸਰ ਨਹੀਂ ਹੈ, ਇਹ ਵੀ ਭੁੱਲ ਹੋਏਗੀ। ਪਰ ਕਿਸਾਨੀ ਅੰਦੋਲਨ ਦੇ ਵਿੱਚ ਕੁਝ ਐਸੇ ਜਥੇਬੰਦੀਆਂ ਹੈਗੀਆਂ ਨੇ ਜਿਹੜੀਆਂ ਬਾਰ-ਬਾਰ, ਜਿਨ੍ਹਾਂ ਦੇ ਪਿੰਡਾਂ 'ਚ ਆਪਦਾ ਪ੍ਰਭਾਵ ਹੋਣ ਦੇ ਬਾਵਜੂਦ ਉਸ ਜ਼ੋਰ ਨਾਲ, ਸ਼ਿੱਦਤ ਨਾਲ ਨਹੀਂ ਕਰ ਰਹੀਆਂ ਕਿ ਆਪਾਂ ਬਾਕੀ ਪਾਰਟੀਆਂ ਨੂੰ ਨਹੀਂ ਰੋਕਣਾ, ਆਪਾਂ ਇਕੱਲਾ ਬੀਜੇਪੀ ਨੂੰ ਰੋਕਣਾ। ਉਹ ਵੀ ਤਾਂ ਕਿਉਂਕਿ ਬੀਜੇਪੀ ਬਾਬਰ ਕੇ ਕਹਿ ਰਹੀ ਹੈ ਵੀ ਕਾਨੂੰਨ ਨਹੀਂ ਵਾਪਸ ਹੋਣੇ। ਬੀਜੇਪੀ ਦੀ ਜਿੱਥੇ ਸਰਕਾਰ ਹੈ ਉੱਥੇ ਸਾਡੇ ਡੰਡੇ ਮਰਵਾਏ ਜਾ ਰਹੇ ਨੇ, ਉੱਥੇ ਲਾਠੀਆਂ ਮਰਵਾਈਆਂ ਜਾ ਰਹੀਆਂ ਨੇ। ਇੱਕ ਐਸਡੀਐਮ ਨੇ ਤਾਂ ਤੁਸੀਂ ਸੁਣਿਆ ਹੀ ਹੈ, ਜਿਵੇਂ ਉਹਨੇ ਕਹਿਤਾ ਵੀ ਇਹਦਾ ਸਿਰ ਤੋੜ ਦਿਓ, ਜਦ ਕਿ ਉਹਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ, ਜਰਾ ਵੀ ਕਾਨੂੰਨੀ ਅਧਿਕਾਰ ਨਹੀਂ ਉਹਨੂੰ। ਜਿਹੜਾ ਚੀਜ਼ ਉਹਨੂੰ ਕਾਨੂੰਨੀ ਅਧਿਕਾਰ ਹੀ ਨਹੀਂ, ਤਾਂ ਫਿਰ ਕਤਲ ਨਾਲ ਹਮਲਾ। ਸੋ ਜੇ ਉਹ ਕਤਲ ਕਰਨ ਨੂੰ ਕਹਿ ਰਿਹਾ ਤਾਂ ਉਹਦੇ 'ਤੇ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ। ਉਹ ਸਸਪੈਂਡ ਕਰ ਦਿਓ ਜੀ ਫਲਾਣਾ, ਸਸਪੈਂਡ ਨਾਲ ਨਹੀਂ ਕੁਝ ਹੁੰਦਾ, ਕਿਉਂਕਿ ਉਹਦੇ ਕੋਲ ਤਾਂ ਇੱਕ ਤਾਕਤ ਵੀ ਹੈ ਸਰਕਾਰ ਦੀ, ਤੇ ਉਹ ਕਤਲ ਕਰਨ ਨੂੰ ਕਹਿ ਰਿਹਾ ਜਿਵੇਂ ਮਰਜ਼ੀ, ਜਿਹੜੇ ਮਰਜ਼ੀ ਭੜਕਾਹਟ 'ਚ ਉਹ ਆ ਕੇ ਕਹਿ ਰਿਹਾ। ਭੜਕਾਹਟ 'ਚ ਆ ਕੇ ਕਹਿਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਦਾ ਕਤਲ ਕਰ ਦਿਓ। ਇਹ ਇੱਕ ਵੱਡੀ ਗੱਲ ਹੈ ਨਾ, ਹੁੱਟਣੇ ਨਹੀਂ ਕਰੀ ਉਹਦੀ, ਉਹ ਕੋਈ ਸਟਰੀਟ ਫਾਈਟ ਥੋੜ੍ਹਾ ਕਰ ਸਕਦਾ। ਸੋ ਸਾਡੇ ਇਹ ਜਿਹੜਾ ਹੈਗਾ ਅੱਜ, ਇੱਕ ਤਾਂ ਕਿਸਾਨ ਜਥੇਬੰਦੀਆਂ ਨਾਲ ਇੱਕ ਵਾਰੀ ਪਹਿਲਾਂ ਮੇਰੀ ਗੱਲ ਹੋਈ ਕੁਛ ਨਾਲ ਵੀ ਤੁਸੀਂ ਇਹ ਕੀ ਕਰ ਰਹੇ ਹੋ, ਤਾਂ ਉਹਨਾਂ ਨੇ ਕਿਹਾ ਜੀ ਅਸੀਂ, ਉਹਨਾਂ ਨੇ ਜੋ ਕਲੀਅਰ ਕਿਹਾ ਔਰ ਮੈਨੂੰ ਚੰਗਾ ਲੱਗਿਆ, ਉਹ ਕਹਿਣ ਲੱਗੇ ਅਸੀਂ ਮਸਾਂ ਭਾਈਚਾਰਾ ਮੇਨਟੇਨ ਕਰਿਆ ਪਿੰਡਾਂ 'ਚ। ਇਹ ਤੁਸੀਂ ਜਿਹੜੀ ਗੱਲ ਕਰਦੇ ਹੋ ਸ਼ਹਿਰ ਦੀ ਕਰਦੇ ਹੋ, ਸ਼ਹਿਰਾਂ ਦੇ ਵਿੱਚ ਅਜੇ ਕਿਸਾਨੀ ਜਥੇਬੰਦੀਆਂ ਦਾ ਉਸ ਤਰੀਕੇ ਦਾ ਪ੍ਰਭਾਵ ਨਹੀਂ ਹੈ ਜਿਸ ਤਰੀਕੇ ਦਾ ਪਿੰਡਾਂ 'ਚ ਹੈ। ਤੇ ਉਹ ਕਹਿੰਦੇ ਵੀ ਅਸੀਂ ਮਸਾਂ ਭਾਈਚਾਰਾ ਮੇਨਟੇਨ ਕਰਿਆ, ਜਿਹੜੇ ਪਾਰਟੀਆਂ ਦੇ ਇੱਕ ਪਾਰਟੀ ਦੇ 3 ਗਰੁੱਪ ਬਣੇ ਹੋਏ ਸੀ, ਉਹ ਬੜੀ ਮੁਸ਼ਕਲ ਨਾਲ ਅਸੀਂ ਇਕੱਠੇ ਕਰੇ ਨੇ, ਤੇ ਜਿਹੜੇ ਸਿਆਸੀ ਲੀਡਰ ਆਉਣਗੇ ਇਹਨਾਂ ਨੂੰ ਫੇਰ ਪਾੜ ਦੇਣਗੇ, ਫਿਰ ਉਹੀ ਉਹਨਾਂ ਦਾ ਵਿਚਾਰਿਆਂ ਦਾ ਇੱਕ ਦੂਜੇ ਨਾਲ ਜਿਹੜਾ ਮੇਲ ਹੋਇਆ ਉਹ ਤੋੜਨ ਦੀ ਕੋਸ਼ਿਸ਼ ਕਰਨਗੇ। ਬੀਜੇਪੀ ਤਾਂ ਆਪਦੇ ਪੱਧਰ ਤੇ ਕਰਦੀ ਹੋਈ ਹੈ, ਪਰ ਬਾਕੀ ਪਾਰਟੀਆਂ ਵੀ ਇਹੀ ਉਹਨਾਂ ਨੂੰ, ਕਿਉਂਕਿ ਖੱਟਿਆ ਖਾਂਦੇ ਨੇ ਉਹ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦਾ। ਔਰ ਉਸੇ ਪਾੜੋ ਤੇ ਰਾਜ ਕਰੋ ਦੀ ਨੀਤੀ 'ਚੋਂ ਅੱਜ ਜੇ ਅਸੀਂ ਦੇਖੀਏ, ਜਿਹੜੀ ਮਰਜ਼ੀ ਪਾਰਟੀ ਚੁੱਕ ਲਓ, ਹਰੇਕ ਪਾਰਟੀ 'ਚ ਕਿੰਨੀ ਧੜੇ ਨੇ। ਹੁਣ ਤਾਂ ਸਾਹਮਣੇ ਖੜੇ ਨੇ ਨਾ, ਜਿਹੜੇ ਤੁਸੀਂ ਕਹਿੰਦੇ ਹੋ ਜਿਸ ਲੀਡਰ ਦੀ ਤਾਜਪੋਸ਼ੀ ਦੀ ਗੱਲ, ਉਹ ਇੱਕ ਧੜਾ ਆਪਦੇ ਆਪ 'ਚ ਕਹਿੰਦਾ ਵੀ ਮੈਂ ਤਾਂ ਧੜਾ, ਦੂਜੇ ਪਾਸੇ ਇੱਕ ਹੋਰ ਧੜਾ, ਤੀਜੇ ਪਾਸੇ ਇੱਕ ਹੋਰ ਧੜਾ, ਚੌਥੇ ਪਾਸੇ ਇੱਕ ਹੋਰ ਧੜਾ, 4 ਧੜੇ ਤਾਂ ਉਹਨੇ ਸਭ ਦੇ ਸਾਹਮਣੇ ਦਿਖਦੇ ਨੇ। ਇੱਦਾਂ ਹੀ ਜਿਹੜੀ ਪਾਰਟੀ ਕਹਿੰਦੇ ਵੀ ਇਹਦੇ 'ਚ ਤਾਂ ਕੋਈ ਧੜੇ ਹੈ ਹੀ ਨਹੀਂ, ਇਹ ਤਾਂ ਇੱਕੋ ਬੰਦੇ ਦੀ, ਇੱਕੋ ਪਰਿਵਾਰ ਦੀ ਪਾਰਟੀ ਹੈ, ਉਹਦੇ 'ਚ ਵੀ ਧੜੇਬੰਦੀ ਸਾਹਮਣੇ ਆਉਂਦੀ ਹੈ। ਜਦੋਂ ਟਿਕਟ ਬਣਦੇ ਨੇ, ਉਹਨਾਂ ਦਾ ਵੱਡਾ ਲੈਫਟੀਨੈਂਟ ਕਹਿੰਦਾ ਮੈਂ ਤਾਂ ਟਿਕਟ ਲੈਣਾ ਹੀ ਨਹੀਂ, ਮੇਰੇ ਨਾਲ ਤੇ ਜਾਤੀ ਹੋ ਰਹੀ ਹੈ। ਹੋਰ ਇਕੱਠੇ ਹੋ ਕੇ ਕਹਿੰਦੇ ਵੀ ਜਾਤੀ ਹੋ ਰਹੀ ਹੈ, ਹਾਲਾਂਕਿ ਉਹ ਪਾਰਟੀ ਤਾਂ ਵਨ ਮੈਨ ਸ਼ੋਅ ਹੈ, ਉਹਦੇ 'ਚ ਤਾਂ ਕੋਈ ਬੋਲ ਹੀ ਨਹੀਂ ਸਕਦਾ। ਉਹਦੇ 'ਚ ਵੀ ਇਹ ਕੁਛ ਹੋ ਰਿਹਾ। ਉਹਦੇ 'ਚੋਂ ਪਹਿਲਾਂ ਟੁੱਟ ਕੇ ਵੀ ਕਿੰਨੇ ਗਰੁੱਪ ਬਣੇ ਆਪਾਂ ਨੂੰ ਪਤਾ ਹੀ ਹੈ, ਫਿਰ ਇੱਕ ਤਾਂ ਹੁਣ ਜਾ ਕੇ ਆਪ ਵਾਲਿਆਂ 'ਚ ਵੀ ਰਲ ਗਿਆ ਉਹਨਾਂ 'ਚੋਂ। ਫਿਰ ਇਸੇ ਤਰ੍ਹਾਂ ਜਿਹੜੀ ਆਪ ਹੈ ਉਹਦੇ 'ਚ ਵੀ ਆਪਾਂ ਨੂੰ ਪਤਾ ਕਿੰਨੀ ਟੁੱਟ ਭੱਜ ਹੈ, ਤੇ ਕਿੰਨਾ ਹੁਣੀ ਪਿੱਛੇ ਘਮਸਾਨ ਮੱਚ ਰਿਹਾ ਸੀ ਵੀ CM ਦਾ ਕੈਂਡੀਡੇਟ ਕੌਣ ਹੋਵੇ ਕੌਣ ਨਾ ਹੋਵੇ। ਠੀਕ ਹੈ, ਸੋ ਇਹ ਗੱਲ ਮੰਨਣਾ ਕਿ ਇਹ ਪਾਰਟੀਆਂ ਕੋਈ ਇਕੱਠੀਆਂ ਨੇ, ਇਹ ਪਾਰਟੀਆਂ 'ਚ ਕੋਈ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਹੈ, ਇਹਨਾਂ ਪਾਰਟੀਆਂ ਚੌਧਰ ਦੀ ਤੇ ਕਾਬਜ ਹੋ ਕੇ, ਸਰਕਾਰ ਤੇ ਕਾਬਜ ਹੋ ਕੇ ਆਪਦਾ ਮੁੜ ਕੇ ਆਪਦੀ ਮਰਜ਼ੀ ਕਰਨ ਦੀ
ਜ਼ਰੂਰੀ ਨਹੀਂ ਵੀ ਉਹ ਪੈਸੇ ਵੀ ਕਮਾਉਣ। ਦੋ ਦੇ ਬਾਰੇ ਤਾਂ ਸਭ ਨੂੰ ਦਿਖਦਾ ਹੀ ਆ ਜੋ ਕੁਝ ਹੋਇਆ। ਤੀਜੀ ਜੇ ਪੈਸੇ ਨਹੀਂ ਵੀ ਕਮਾਊ, ਤਿੰਨ ਦੇ ਬਾਰੇ, ਬਲਕਿ ਇੱਕ ਤਾਂ ਦੋ ਤਾਂ ਭਾਈਵਾਲ ਹੀ ਸੀਗੇ ਨਾ ਪਹਿਲਾਂ। ਉਹ ਜੇ ਤਾਕਤ 'ਚ ਨਹੀਂ ਵੀ ਆਉਂਦੇ, ਉਹ ਕੇਂਦਰ 'ਚ ਸਭ ਕੁਝ ਕਰੀ ਜਾ ਰਹੇ ਨੇ। ਤੇ ਉਹਨਾਂ ਦੇ ਇੱਥੇ ਵਜ਼ੀਰਾਂ ਦਾ ਸਭ ਨੂੰ ਪਤਾ ਹੀ ਆ ਵੀ ਕੀ ਕਰਦੇ ਰਹੇ ਨੇ। ਕੋਈ ਦੋ ਰਾਏ ਨਹੀਂ, ਕੋਈ ਡੁੱਕ ਨਹੀਂ ਹੈ ਉਹਦੇ। ਤਾਂ ਹੁਣ ਪੱਕੇ ਪ੍ਰੂਫ ਵੀ ਹੈਗੇ ਨੇ। ਜੇ ਇਨਕੁਆਇਰੀਆਂ ਹੋ ਜਾਣ ਤਾਂ ਉਹ ਨਿਕਲ ਵੀ ਨਹੀਂ ਸਕਦੇ। ਇਹ ਵੀ ਮੈਂ ਤੁਹਾਨੂੰ ਦੱਸਦਾ, ਕਿਉਂਕਿ ਜਿਹੜੀ ਹੁਣ ਸਰਕਾਰ ਆਈ ਸੀ ਇਹਨੇ ਵੀ ਕੋਈ ਇਨਕੁਆਇਰੀਆਂ ਨਹੀਂ ਕਰਨੀਆਂ ਸੀ ਪਹਿਲਾਂ ਦੀਆਂ। ਕਿਉਂਕਿ ਇਹਨਾਂ ਦਾ ਤਾਂ ਹਾਲ ਹੈ ਉੱਤਰ ਘਾਟੋ ਮੈਂ ਚੜ੍ਹਨ ਵਾਲਾ, ਵੀ ਜੇ ਅਸੀਂ ਇਨਕੁਆਇਰੀਆਂ ਕਰਦੇ ਕੱਲ੍ਹ ਨੂੰ ਸਾਡੀਆਂ ਕਰਨਗੇ, ਕਿਉਂਕਿ ਘੱਟ ਤਾਂ ਕੋਈ ਵੀ ਨਹੀਂ ਇਸ ਮਾਮਲੇ 'ਚ, ਸਾਰੇ ਇੱਕੋ ਜਿਹੇ ਨੇ। ਸੋ ਇਹ ਜਿਹੜਾ ਹੈਗਾ ਕਿ ਪਾਰਟੀਆਂ ਦਾ ਕੋਈ ਏਜੰਡਾ ਨਹੀਂ ਹੈ। ਪਾਰਟੀਆਂ ਦਾ ਇੱਕੋ ਉਹ ਜਿਹੜਾ ਲੋਕਾਂ ਪ੍ਰਤੀ ਏਜੰਡਾ, ਮੈਂ ਕਹਿਣਾ ਆਪਦਾ ਏਜੰਡਾ ਇੱਕ ਹੈਗਾ, ਉਹ ਇਹ ਹੈਗਾ ਵੀ ਆਪਦਾ ਵਪਾਰ ਵਧਾਉਣਾ, ਆਪਦਾ ਪਰਿਵਾਰ ਵਧਾਉਣਾ, ਆਪਦੇ ਕੋਲ ਟਿਕਟ ਰੱਖਣੀ ਹੈ, ਜੋ ਮਰਜ਼ੀ ਹੋ ਜਾਏ ਆਪਦਾ ਧੜਾ ਤਕੜਾ ਕਰਕੇ ਰੱਖਣਾ, ਬਸ ਇੰਨਾ ਹੀ ਕੰਮ ਹੈ ਇਹਨਾਂ ਦਾ। ਪੰਜਾਬ ਜਿੱਥੇ ਮਰਜ਼ੀ ਜਾਵੇ, ਪੰਜਾਬ ਨੂੰ ਅੱਗ ਲੱਗਦੀ ਹੈ ਤਾਂ ਲੱਗੇ, ਪੰਜਾਬ ਦਾ ਨੌਜਵਾਨ ਨਸ਼ੇੜੀ ਹੁੰਦਾ ਤਾਂ ਹੋਵੇ, ਪੰਜਾਬ ਦੇ ਨੌਜਵਾਨ ਨੂੰ ਵਾਪਸ ਜਾਣਾ, ਬਾਹਰ ਜਾਣਾ ਪੈਂਦਾ ਤਾਂ ਜਾਵੇ। ਪੰਜਾਬ ਦੇ ਨੌਜਵਾਨ ਦੀ ਪੜ੍ਹਾਈ ਜਰਾ ਨਹੀਂ ਹੋ ਰਹੀ, ਜਿਹੜੇ ਸਰਕਾਰੀ ਸਕੂਲਾਂ 'ਚ ਉਹਦੀ ਬਿਲਕੁਲ ਪੜ੍ਹਾਈ ਨਹੀਂ ਹੋ ਰਹੀ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ। ਪਰ ਇਹਨਾਂ ਨੇ ਜਿਹੜੇ ਨਾ ਪੜ੍ਹਾਉਣ ਵਾਲੇ ਨੇ ਉਹਨਾਂ ਨੂੰ ਖੁਸ਼ ਰੱਖਣਾ ਹੈ ਕਿ ਉਹ ਸ਼ਾਇਦ ਸਾਨੂੰ ਵੋਟਾਂ ਦਵਾ ਦੇਣਗੇ, ਪੈਸੇ ਵੀ ਹੈਗੇ ਉਹਨਾਂ ਕੋਲੇ। ਸੋ ਇਸ ਕਰਕੇ ਪੰਜਾਬ ਦੇ ਵਿੱਚ ਕਿਸਾਨ ਦਾ ਕੀ ਹੁੰਦਾ ਹੈ, ਦਲਿਤ ਦਾ ਕੀ ਹੁੰਦਾ ਹੈ। ਅੱਜ ਹੀ ਮੈਂ ਦੇਖ ਰਿਹਾ ਸੀ, ਸਰਕਾਰ ਨੂੰ ਆਪਦਾ ਨੱਕ ਨਮੂ ਸਮਝਣਾ ਚਾਹੀਦਾ ਹੈ ਵੀ ਕਿੱਥੇ ਹੈ। 26 ਲੱਖ ਕਿ 9 ਲੱਖ, ਮੈਨੂੰ ਐਗਜ਼ੈਕਟ ਨਹੀਂ ਪਤਾ, 20-25 ਲੱਖ ਤੋਂ ਘੱਟ ਹੀ ਹੈ ਰੇਟ। ਉਹ ਕਿੱਲਾ ਜ਼ਮੀਨ ਦਾ ਲੈ ਕੇ ਗਲਾਡਾ ਨੇ ਉਸੇ ਪਿੰਡ ਦੀ ਉਹੀ ਜ਼ਮੀਨ ਦਾ 2 ਕਰੋੜ ਰੁਪਏ ਕਿੱਲੇ ਦੇ ਹਿਸਾਬ ਨਾਲ ਰੇਟ ਕੱਢਤਾ, ਐਡਵਰਟਾਈਜ਼ਮੈਂਟ ਕਰਤੀ। ਹੁਣ ਜੇ ਤੁਸੀਂ ਮਹੀਨਾ ਪਹਿਲਾਂ 25 ਲੱਖ ਜਾਂ 20 ਲੱਖ ਜਾਂ 10 ਲੱਖ ਨੂੰ ਕਿੱਲਾ ਲੈਂਦੇ ਹੋ, 25 ਲੱਖ ਨੂੰ ਵੀ ਲੈਂਦੇ ਹੋ, ਤੇ ਤੁਸੀਂ ਮਹੀਨੇ ਬਾਅਦ 2 ਕਰੋੜ ਦਾ ਉਹੀ ਕਿੱਲਾ ਕੱਢਦੇ ਹੋ, ਤਾਂ ਫਿਰ ਲੁੱਟ ਕਿਹਦੀ ਕਰੀ, ਕਿਵੇਂ ਕਰੀ? ਉਹ ਤਾਂ ਦਿਖਦੀ ਹੈ ਨਾ ਸਾਹਮਣੇ। ਪਰ ਕਿਉਂਕਿ ਪਰਿਵਾਰ ਘੱਟ ਨੇ, ਥੋੜ੍ਹੇ ਨੇ, ਦਲਿਤ ਨੇ, ਉਹਨਾਂ ਦੀ ਕਿਸੇ ਨੇ ਸੁਣਨੀ ਨਹੀਂ। ਸੋ ਸਾਡੇ ਇਹ ਜਿਹੜਾ ਪਾਰਟ ਹੈ, ਮੈਂ ਪਿੰਡਾਂ 'ਚ ਜਾਂਦਾ ਰਹਿਣਾ, ਮੈਨੂੰ ਪਤਾ ਤੁਸੀਂ ਸਵਾਲ ਕਰਨਾ, ਮੈਂ ਥੋੜ੍ਹੀ ਜਿਹੀ ਗੱਲ ਕਰਨਾ। ਮੈਂ ਪਿੰਡਾਂ 'ਚ ਜਾਂਦਾ ਰਹਿਣਾ, ਵਿਜ਼ਿਟ ਕਰਦਾ ਰਹਿਣਾ, ਔਰ ਪੂਰੇ ਪੰਜਾਬ ਨੂੰ, ਹੁਸ਼ਿਆਰਪੁਰ ਦੇ ਵਿੱਚ, ਗੁਰਦਾਸਪੁਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਇੱਧਰ ਤਰਨ ਤਾਰਨ ਵੱਲ ਨੂੰ, ਇੱਧਰ ਫਰੀਦਕੋਟ ਵੱਲ ਨੂੰ, ਆ ਜਿਵੇਂ ਤੁਹਾਨੂੰ ਕੱਲ੍ਹ ਸੰਗਰੂਰ ਦਾ ਜਿਹੜਾ ਕਿਹਾ, ਮਤਲਬ ਇਹ ਕੋਈ ਜਲੰਧਰ 'ਚ ਜਾ ਕੇ ਆਇਆ ਮੈਂ ਕੁਛ ਦਿਨ ਪਹਿਲਾਂ ਹੀ। ਸੋ ਉਹਦੇ ਵਿੱਚ ਹਾਲਤ ਇਹ ਹੈ ਕਿ ਸ਼ਹਿਰਾਂ 'ਚ ਬੰਦੇ ਇਕੱਠੇ ਕਰ ਲੈਂਦੇ ਨੇ ਅਤੇ ਉਹ ਇਕੱਠੇ ਹੁੰਦੇ ਵੀ ਨੇ। ਦੂਜੀ ਗੱਲ, ਵਪਾਰੀ ਨੂੰ ਤਾਂ ਪ੍ਰੋਟੈਕਸ਼ਨ ਚਾਹੀਦੀ ਹੈ। ਉਹ ਕਹਿੰਦਾ ਯਾਰ ਜੇ ਅਸ਼ਾਂਤੀ ਫੈਲੀ ਰਹੀ ਫਿਰ ਕੰਮ ਖਰਾਬ ਹੈ। ਸੋ ਵਪਾਰੀ ਸ਼ਾਂਤੀ ਦੇ ਮਾਰੇ ਵੀ ਇਹਨਾਂ ਦੇ ਨਾਲ ਆਉਂਦਾ ਵੀ ਯਾਰ ਸਾਡੇ ਨਾਲ ਕੋਈ ਤਾਂ ਖੜੇ। ਹੁਣ ਤੁਸੀਂ ਕਰੋ ਸਵਾਲ। ਬਿਲਕੁਲ ਸਵਾਲ ਮੈਂ ਇੱਥੇ ਹੀ ਕਰਨਾ ਸੀ ਕਿ ਤੁਸੀਂ ਪਿੰਡਾਂ ਦੀ ਜਦੋਂ ਗੱਲ ਕਰਦੇ ਹੋ, ਡਾਕਟਰ ਸਾਹਿਬ, ਜਦੋਂ ਨੋਟਾਂ ਤੇ ਵੋਟ ਦੀ ਗੱਲ ਹੁੰਦੀ ਹੈ, ਨੋਟ ਬਦਲੇ ਵੋਟ ਜਾਂ ਨਸ਼ੇ ਦੇ ਬਦਲੇ ਵੋਟ, ਜਾਂ ਪਿੰਡਾਂ ਦੇ ਵਿੱਚ ਧੜੇਬੰਦੀ ਜਿਹੜੀ ਇੱਕ ਸਰਦਾਰੀ ਲੈ ਕਿ ਸਾਨੂੰ ਕਿਤੋਂ ਪ੍ਰਧਾਨ ਤੇ ਜ਼ਮੀਰਾਂ ਸ਼ਰੇਆਮ ਵਿਕਦੀਆਂ ਨੇ, ਇਸ ਮਾਨਸਿਕਤਾ ਨੂੰ ਕਿੱਦਾਂ ਇਸ ਸੰਦਰਭ ਦੇ ਵਿੱਚ ਜਦੋਂ ਤੁਸੀਂ ਪੰਜਾਬ ਦੇ ਏਜੰਡੇ ਦੀ ਗੱਲ ਕਰਦੇ ਕਿ ਉਹ ਲੋਕ ਨੇ ਜਿਹੜੇ ਲੀਡਰ ਦੇ ਮਗਰ ਲੱਗੇ ਨੇ, ਜਿਹੜੇ ਲੀਡਰਾਂ ਦੀ ਰੈਲੀ ਇਕੱਠਾਂ ਵਿੱਚ ਆਉਂਦੇ ਨੇ, ਜਿਹੜੇ ਲੀਡਰਾਂ ਦੀ ਰੈਲੀ ਜਿਹੜੀ ਕਿ ਸ਼ਾਇਦ ਦਿਹਾੜੀ ਕੀਤੀ ਜਾਂਦੀ ਹੈ ਪਹੁੰਚ ਜਾਂਦੀ ਹੈ। ਦੇਖੋ ਗੱਲ ਤੁਹਾਡੀ ਠੀਕ ਹੈ ਬਿਲਕੁਲ, ਵੀ ਉਹਨਾਂ ਦਾ ਕੀ ਕਰੀਏ। ਪਿੰਡਾਂ ਦੇ ਜਿਹੜੇ ਲੋਕ ਨੇ ਉਹਦੀ ਸਮੱਸਿਆ ਜਿਹੜੀ ਇੱਕ ਜਗ੍ਹਾ ਤੇ ਖੜੀ ਹੈ ਉਹ ਇਹ ਹੈ, ਕੋਈ ਲਹਿਰ ਤੋਂ ਬਿਨਾਂ, ਕਿਸਾਨੀ ਇੱਕ ਲਹਿਰ ਹੈ, ਉਹਦੇ 'ਚ ਔਰਤਾਂ ਨੇ ਵੀ ਪਾਰਟੀਸਪੇਟ ਕਰਿਆ, ਦਲਿਤਾਂ ਨੇ ਵੀ ਕਰਿਆ, ਚਾਹੇ ਥੋੜ੍ਹਿਆਂ ਨੇ ਕਰਿਆ, ਖੇਤ ਮਜ਼ਦੂਰ ਆਇਆ ਉਹਦੇ 'ਚ, ਈਵਨ ਸ਼ਹਿਰੀ ਵਰਗ ਵੀ ਉਹਦੇ 'ਚ ਆਇਆ, ਬੁੱਧੀਜੀਵੀ ਵਰਗ ਵੀ ਆਇਆ, ਸਟੂਡੈਂਟ ਵੀ ਆਈ ਆ, ਯੂਥ ਵੀ ਆਇਆ। ਸੋ ਉਹਦਾ ਪਰ ਇੱਕ ਲਿਮਿਟੇਸ਼ਨ ਆ, ਉਹਦੀ ਸੀਮਾ। ਉਹ ਸੀਮਾ ਤੋਂ ਬਾਅਦ ਇੱਕ ਵੱਡੀ ਲਹਿਰ ਚਲਾਉਣ ਦੀ ਲੋੜ ਹੈ। ਜਿਵੇਂ ਆਪਾਂ ਕਿਸੇ ਚੀਜ਼ ਨੂੰ ਨਾ, ਜੇ ਪਾਣੀ ਖੜਾ ਹੋਵੇ ਖੂਹਾਂ ਦਾ, ਉਹ ਗੰਧਲਾ ਹੋ ਜਾਂਦਾ, ਗੰਦਾ ਹੋ ਜਾਂਦਾ, ਉਹਨੂੰ ਮੰਥਨ ਕਰਨ ਦੀ ਲੋੜ ਹੁੰਦੀ ਹੈ, ਨਵਾਂ ਪਾਣੀ ਥੱਲੇ ਸਿਮ ਕੇ ਆਉਂਦਾ, ਉਹ ਪੁਰਾਣਾ ਗੰਦਾ ਪਾਣੀ ਕੱਢਣਾ ਪੈਂਦਾ। ਸੋ ਇੱਕ ਤਾਂ ਇਹ ਪੁਰਾਣਾ ਗੰਦਾ ਪਾਣੀ ਨਿਕਲ ਨਹੀਂ ਰਿਹਾ ਜੀ। ਪੁਰਾਣਾ ਗੰਦਾ ਪਾਣੀ ਕਹਿਣ ਦਾ ਮੇਰਾ ਮਤਲਬ ਉਹੀ ਲੀਡਰਸ਼ਿਪ, ਉਹੀ ਪਾਰਟੀਆਂ, ਉਹੀ ਪਰਿਵਾਰਵਾਦ, ਉਹੀ ਵਪਾਰ, ਉਹੀ ਕੁਝ ਚੱਲ ਰਿਹਾ। ਫਿਰ ਅੱਗੋਂ ਇੱਥੇ ਤੱਕ ਵੀ ਜਿਹੜੀ ਮਰਜ਼ੀ ਗੱਲ ਕਹਿ ਕੇ ਰੌਲਾ ਪਾ ਦੇਣਾ, ਗੋਗਾ ਪਿੱਟਣ ਦੇਣਾ, ਵੀ ਆਹ ਹੋ ਗਿਆ, ਹੋ ਗਿਆ, ਹੋ ਗਿਆ, ਹੋ ਗਿਆ। ਅੰਧ ਰਾਸ਼ਟਰਵਾਦ ਦੇ ਨਾਅਰੇ ਲਾਉਣੇ, ਅੰਧ ਧਰਮ ਦੇ ਨਾਅਰੇ ਲਾਉਣੇ, ਕਿਸੇ ਨੇ ਖਾਲਿਸਤਾਨ, ਕਿਸੇ ਨੇ ਸਿੱਖਸਤਾਨ, ਕਿਸੇ ਨੇ ਹਿੰਦੁਸਤਾਨ, ਕਿਸੇ ਨੇ ਹਿੰਦੂ ਮੁਸਲਿਮ, ਕਿਸੇ ਨੇ ਹਿੰਦੂ ਸਿੱਖ, ਇਸ ਤਰ੍ਹਾਂ ਦਾ ਜਿਹੜਾ ਕਰਕੇ ਵੀ ਹੁਣ ਖਾਲਸਾ ਰਾਜ ਹੀ ਸਭ ਕੁਝ ਕਰੇਗਾ, ਹੁਣ ਹਿੰਦੂ ਰਾਜ ਹੀ ਸਭ ਕੁਝ ਕਰੇਗਾ, ਇਹੋ ਜਿਹੇ। ਕਿਉਂਕਿ ਇਹਨਾਂ ਕੋਲ ਹੋਰ ਕੁਝ ਨਹੀਂ ਹੈ। ਗੁਆਂਢੀਆਂ ਨਾਲ ਰੌਲਾ ਪਵਾਓ, ਰਾਸ਼ਟਰਵਾਦ, ਅੰਧ ਰਾਸ਼ਟਰਵਾਦ ਦੇ ਨਾਅਰੇ ਲਾਓ, ਅੰਦਰੋਂ ਕੋਈ ਇਹ ਰਾਸ਼ਟਰਵਾਦ ਦਾ ਨਹੀਂ ਦਿਖਾਉਂਦੇ, ਦਿਖਾਵਾ ਹੀ ਕਰਦੇ ਨੇ। ਆਪਣੇ ਕੋਲ ਤਾਂ ਰਿਟਨ ਡਾਕੂਮੈਂਟ ਪਏ ਨੇ ਜਿੱਥੇ ਮਾਫੀਆ ਮੰਗ ਕੇ ਆਏ ਨੇ। ਜਿਹੜੇ ਅੱਜ ਕਹਿੰਦੇ ਨੇ ਅਸੀਂ ਰਾਸ਼ਟਰਵਾਦੀ ਹਾਂ, ਉਹ ਤਾਂ ਅੰਗਰੇਜ਼ ਨੂੰ ਕਹਿੰਦੇ ਜਨਾਬ ਅਸੀਂ ਤਾਂ ਤੁਹਾਡੇ ਪਿੱਛੋਂ ਹਾਂ, ਤੁਸੀਂ ਜੋ ਕਰਾਉਣਾ ਕਰਾਇਓ, ਸਾਨੂੰ ਜੇਲ੍ਹ ਚੋਂ ਕੱਢ ਦਿਓ।
ਸਮਝ ਗਏ ਨਾ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਜਿਨ੍ਹਾਂ ਦੇ ਗੁਰੂਆਂ ਨੇ, ਜਿਨ੍ਹਾਂ ਦੇ ਆਗੂਆਂ ਨੇ, ਜਿਨ੍ਹਾਂ ਦੇ ਉੱਤੇ ਸਾਰਾ ਕੁਝ ਦਾਰੋਮਦਾਰ ਹੈ, ਉਹਨਾਂ ਨੇ 4-4 ਵਾਰੀ ਲਿਖ ਕੇ ਮਾਫੀਆਂ ਮੰਗੀਆਂ ਨੇ, ਜਿਨ੍ਹਾਂ ਦੇ ਪੱਤਰ ਚਿੱਠੀਆਂ ਲਿਖੀਆਂ ਹੋਈਆਂ ਡੇਟਾਂ ਵਾਈਜ਼ ਵੀ ਇਸ ਡੇਟ ਨੂੰ ਆ ਕਿਹਾ, ਉਹਨਾਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਵੀ ਉਹ ਦੇਸ਼ ਭਗਤੀ ਦੀ ਗੱਲ ਕਰਨਗੇ, ਉਹ ਲੋਕਾਂ ਦੀ ਗੱਲ ਕਰਨਗੇ? ਪਰ ਦੁਖਾਂਤ ਇਹ ਹੈ, ਜਿਹੜੇ ਆਜ਼ਾਦੀ ਦਾ ਦਮ ਵੀ ਭਰਦੇ ਸੀ, ਜਿਹੜੇ ਕਹਿੰਦੇ ਸੀ ਇਸ ਆਜ਼ਾਦੀ ਦੀ ਲੜਾਈ ਲੜੀ ਆ, ਔਰ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਵੀ ਕਰੀਆਂ, ਉਹ ਵੀ ਅੱਜ ਦੇਸ਼ ਦੇ ਜਿਹੜੇ ਆਜ਼ਾਦੀ ਦੇ ਨਿਸ਼ਾਨੇ ਸੀ ਉਹ ਤੇ ਛੱਡ ਗਏ। ਅੱਜ ਉਹਨਾਂ ਤੇ ਕਾਬਜ ਉਹ ਲੋਕ ਹੋ ਗਏ ਜਿਨ੍ਹਾਂ ਨੇ ਉਦੋਂ ਅੰਗਰੇਜ਼ ਦਾ ਪਿੱਠੂ ਪਾਰਿਆ ਸੀ। ਪਾਰਟੀਆਂ ਭਾਵੇਂ ਉਹਨਾਂ ਦੀਆਂ ਉਹ ਨੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ 'ਚ ਹਿੱਸਾ ਪਾਇਆ, ਪਰ ਉਹ ਬੰਦੇ ਉਹ ਆ ਗਏ ਉਹਨਾਂ 'ਚ ਜਿਨ੍ਹਾਂ ਨੇ ਅੰਗਰੇਜ਼ ਦਾ ਪੱਖ ਪੂਰਿਆ ਸੀ ਬਹੁਤਾ, ਜਿਨ੍ਹਾਂ ਨੇ ਲੋਕਾਂ ਦੀ ਗੱਲ ਨਹੀਂ ਸੁਣੀ, ਜਿਨ੍ਹਾਂ ਨੇ ਲੋਕਾਂ ਵਾਸਤੇ ਨਹੀਂ ਕਰਿਆ। ਪਿਛਲੇ 30-35 ਸਾਲ 'ਚ ਦੇਸ਼ ਨੂੰ ਵੇਚਣ ਦੀ ਗੱਲ, ਪੰਜਾਬ ਨੂੰ ਵੀ ਵੇਚਣ ਦੀ ਗੱਲ ਹੈ। ਹੁਣ ਇਹਦੇ ਵਿੱਚ ਜਿਹੜੀ ਪਿੰਡਾਂ ਦੀ ਗੱਲ ਤੁਸੀਂ ਕਹਿੰਦੇ ਹੋ, ਹੁਣ ਆਪਾਂ ਉਸ ਗੱਲ 'ਤੇ ਆਈਏ। ਇੱਕ ਜੇ ਤਾਂ ਮੂਵਮੈਂਟ ਚੱਲਦੀ ਹੈ ਤਾਂ ਲੋਕਾਂ ਨੂੰ ਇੱਕ ਵਿਸ਼ਵਾਸ ਵੱਜਦਾ ਹੈ, ਇੱਕ ਨਵੀਂ ਲੀਡਰਸ਼ਿਪ ਪੈਦਾ ਹੁੰਦੀ ਹੈ। ਮੈਂ ਜਿਹੜੀ ਤੁਹਾਨੂੰ ਰੈਲੀ ਉੱਥੇ ਮੈਂ ਕਿਹਾ, ਮੈਂ ਹੁਣ ਵੀ ਕਹਿਣਾ, ਜੇ 4-5 ਸਾਲ ਪੰਜਾਬ 'ਚ ਲਗਾਤਾਰ ਇੱਕ ਮੂਵਮੈਂਟ ਚੱਲ ਜੇ, ਜਿਹੜੀ ਮੂਵਮੈਂਟ ਸੁਧਾਰ ਦੀ ਹੋਵੇ, ਪਹਿਲਾਂ ਅਸੀਂ ਦੇਖਾਂਗੇ ਦਫ਼ਤਰਾਂ ਜਿਹੜੇ ਲੀਗਲ ਕੰਮ ਨੇ, ਜਿਹੜੇ ਹੋਣੇ ਚਾਹੀਦੇ ਨੇ ਉਹ ਹੋਣ। ਸਕੂਲਾਂ ਦੇ ਵਿੱਚ ਪੜ੍ਹਾਈ ਹੋਵੇ, ਜੇ ਟੀਚਰ ਉੱਥੇ ਗੈਰ ਹਾਜ਼ਰ ਰਹਿੰਦਾ, ਜੇ ਉਹ ਨਹੀਂ ਪੜ੍ਹਾਉਂਦਾ ਤਾਂ ਲੋਕ ਐਕਸ਼ਨ ਲੈਣਾ ਸ਼ੁਰੂ ਕਰ ਦੇਣ ਵੀ ਨਹੀਂ ਅਸੀਂ ਇਹਨੂੰ ਵੜਨ ਨਹੀਂ ਦੇਣਾ ਸਕੂਲ 'ਚ, ਇਹ ਗੈਰ ਹਾਜ਼ਰਾ, ਸਰਕਾਰ ਜੋ ਮਰਜ਼ੀ ਜਿੱਤੋਂ ਦੇਵੇ ਦੇਖਾਂਗੇ ਅਸੀਂ। ਜਿਹੜਾ ਡਾਕਟਰ ਪਿੰਡ ਦੀ ਡਿਸਪੈਂਸਰੀ ਜਾਂਦਾ ਨਹੀਂ, ਪੋਸਟਡ ਹੈਗਾ ਵੀ ਬਾਈਕਾਟ ਦਾ, ਇਹਨੂੰ ਅਸੀਂ ਵੜਨ ਨਹੀਂ ਦੇਣਾ, ਅਸੀਂ ਬਾਕਾਇਦਾ ਅਸੈਂਬਲੀ ਦੇ ਅੱਗੇ ਧਰਨੇ ਮਾਰਾਂਗੇ ਵੀ ਦੱਸੋ ਇਹ ਡਾਕਟਰ ਉੱਥੇ ਜਾਂਦਾ ਨਹੀਂ, ਤੁਸੀਂ ਇਹਨੂੰ ਸਜ਼ਾ ਕਿਉਂ ਨਹੀਂ ਦਿੰਦੇ, ਜਾਂ ਇਹ ਅਮਲਾ ਕੰਮ ਨਹੀਂ ਕਰਦਾ। ਸੋ ਪਹਿਲਾ ਕੰਮ ਇਹ ਹੋਏਗਾ ਕਿ ਜਿਹੜੇ ਬੰਦੇ ਗੈਰ ਹਾਜ਼ਰ ਰਹਿੰਦੇ ਨੇ, ਜਿਹੜੇ ਬੰਦੇ ਕੰਮ ਨਹੀਂ ਕਰਦੇ, ਕੰਮ ਤਾਂ ਕਰਨਾ ਜ਼ਰੂਰੀ ਹੈ ਨਾ, ਜਿਹੜਾ ਉਹਨਾਂ ਦਾ ਹੱਕ ਹੈ, ਚਾਹੇ ਜਿਹੜਾ ਮਰਜ਼ੀ ਹੈ, ਚਾਹੇ ਪੈਨਸ਼ਨ ਲੈਣੀ ਹੈ, ਚਾਹੇ ਨਰੇਗਾ ਕਾਰਡ ਬਣਾਉਣਾ ਹੈ, ਚਾਹੇ ਮੈਂ ਕਹਿੰਦਾ ਜ਼ਮੀਨ ਦਾ ਇੰਤਕਾਲ ਹੋਣਾ ਹੈ, ਚਾਹੇ ਜ਼ਮੀਨ ਦੀ ਰਜਿਸਟਰੀ ਹੋਣੀ ਹੈ, ਜਿਹੜੀ ਵੀ ਚੀਜ਼ ਹੋਣੀ, ਚਾਹੇ ਜ਼ਮੀਨ ਦੇ ਨੰਬਰ ਲੈਣੇ ਨੇ, ਉਹਨੇ ਕੋਈ ਕਰਜ਼ਾ ਲੈਣਾ ਹੈ। ਸੋ ਜ਼ਿਆਦਾ ਤੱਕ ਇਹਦੇ ਵਿੱਚ ਇੱਕ ਲਹਿਰ ਦੀ ਲੋੜ ਹੁੰਦੀ ਹੈ। ਉਹ ਲਹਿਰ ਕੀ ਕਰਦੀ ਹੈ? ਅਜੇ ਕਿਸਾਨੀ ਲਹਿਰ ਇੱਕ ਮੰਗਾਂ ਦੇ ਉੱਤੇ ਆਧਾਰਿਤ ਲਹਿਰ ਹੈ, ਉਹਦੀ ਕੋਆਪਰੇਸ਼ਨ ਹੋਰ ਸਾਰਾ ਕੁਝ ਹੋਇਆ ਹੋਇਆ ਹੈ। ਇੱਕ ਦੂਜਾ ਪੱਖ ਹੈ, ਦੂਜਾ ਪੱਖ ਹੈ ਵੀ ਕੰਮ ਕਿਵੇਂ ਹੋਣਗੇ, ਇਹ ਕੰਮ ਕਿਉਂ ਨਹੀਂ ਹੋ ਰਹੇ, ਇਹ ਕੰਮ ਕੌਣ ਰੋਕਦਾ ਹੈ? ਪਹਿਲਾ ਸਟੈਪ ਹੋਏਗਾ ਕਿ ਇਹ ਕੰਮ ਤੁਸੀਂ ਰੋਕ ਨਹੀਂ ਸਕਦੇ, ਸਾਡਾ ਰਾਈਟ ਹੈ। ਉਹਦੇ ਵਿੱਚ ਲੋਕਾਂ ਨੂੰ ਇੱਕ ਐਜੂਕੇਸ਼ਨ ਆਏਗੀ ਵੀ ਪੈਸਾ ਕਿੱਥੋਂ ਆ ਰਿਹਾ ਹੈ ਤੇ ਜਾ ਕਿੱਧਰ ਹੈ। ਹੁਣ ਤਾਂ ਦੱਸਦੀ ਨਹੀਂ। ਤੁਸੀਂ ਇੰਜ ਕਰੋ, 117 MLA ਨੇ ਪੰਜਾਬ ਦੇ, ਤੁਸੀਂ ਸਾਰੇ MLA ਨੂੰ ਸਵਾਲ ਕਰ ਦਿਓ ਵੀ ਪੰਜਾਬ ਦਾ ਪੈਸਾ ਕਿੱਥੋਂ ਕਿੱਥੋਂ ਆਇਆ ਹੈ ਤੇ ਕਿੱਥੇ ਕਿੱਥੇ ਗਿਆ, ਜੇ ਉਹਨਾਂ ਨੂੰ ਪਤਾ ਹੋਵੇ। ਛੱਡੋ ਇਹ ਗੱਲ, ਜਿਹੜੇ ਮਿਨਿਸਟਰ ਨੇ ਉਹਨਾਂ ਨੂੰ ਪੁੱਛ ਲਓ ਵੀ ਤੇਰੇ ਮਹਿਕਮੇ ਦਾ ਪੈਸਾ ਕਿੱਥੇ, ਉਹਨੂੰ ਤਾਂ ਉਹਦਾ ਨਹੀਂ ਪਤਾ, ਉਹ ਬਾਬੂ ਨੂੰ ਕਹੂਗਾ ਵੀ ਮੈਨੂੰ ਯਾਰ ਲਿਖ ਕੇ ਦੇ ਕੀ ਹੈ। ਜਿਸ ਮਿਨਿਸਟਰ ਨੇ ਕਦੇ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕਰੀ ਵੀ ਮੇਰੇ ਮਹਿਕਮੇ 'ਚ ਖਰਚਾ ਕਿੰਨਾ ਹੋ ਰਿਹਾ, ਬੰਦੇ ਕਿੰਨੇ ਲੱਗੇ ਨੇ, ਕੀ ਇਹਦਾ ਕੋਈ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ, ਉਹ ਸਿਰਫ ਇਹੀ ਜਾਏ ਵੀ ਅਸੀਂ ਬਹੁਤ ਕਰਤਾ, ਅਸੀਂ ਬਹੁਤ ਕਰਤਾ, ਫਿਰ ਤਾਂ ਉਹਨਾਂ ਕੰਮ ਨਹੀਂ ਹੋਣਾ। ਦਲ ਬਦਲੂਆਂ ਤੇ ਸਾਨੂੰ ਇਤਰਾਜ਼ ਕੋਈ ਨਹੀਂ ਹੈ। ਸੋ ਇਸ ਕਰਕੇ ਜਦ ਲਹਿਰ ਇੱਕ ਉੱਠੇਗੀ, ਮੈਂ ਕਹਿ ਰਿਹਾ ਸੀ ਉੱਥੇ ਆਪਦੇ ਭਾਸ਼ਣ 'ਚ ਲੋਕਾਂ ਨੂੰ, ਉਹ ਵੀ ਜਿਵੇਂ ਆਪਾਂ ਇੱਕ ਪ੍ਰਾਈਵੇਟ, ਜਿਵੇਂ 50 ਬੰਦੇ ਤੁਹਾਡੇ ਆਲੇ ਦੁਆਲੇ ਖੜੇ ਹੋ ਗਏ ਵੀ ਦੱਸੋ ਕੀ ਕਰੀਏ ਜੀ, ਮੈਂ ਉਹਨੂੰ ਕਹਿ ਰਿਹਾ ਸੀ ਵੀ ਇੱਕ ਨਵੀਂ ਲੀਡਰਸ਼ਿਪ ਉੱਭਰੂਗੀ ਜਿਹੜੀ ਕਹੂਗੀ ਅਸੀਂ ਪੈਨਸ਼ਨਾਂ ਨਹੀਂ ਲਵਾਂਗੇ, ਅਸੀਂ ਤਨਖਾਹਾਂ ਨਹੀਂ ਲਵਾਂਗੇ, ਚਾਹੇ ਅਸੀਂ ਮੈਂਬਰ ਪੰਚਾਇਤ ਬਣੀਏ, ਚਾਹੇ ਅਸੀਂ ਸਰਪੰਚ ਬਣੀਏ, ਚਾਹੇ ਅਸੀਂ ਬਲਾਕ ਸੰਮਤੀ ਦੇ ਬਣੀਏ, ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਬਣੀਏ, ਚਾਹੇ ਅਸੀਂ ਵਿਧਾਨ ਸਭਾ ਜਾਈਏ, ਚਾਹੇ ਅਸੀਂ ਲੋਕ ਸਭਾ ਜਾਂ ਰਾਜ ਸਭਾ ਜਾਈਏ, ਅਸੀਂ ਪੈਨਸ਼ਨਾਂ ਨਹੀਂ ਲਵਾਂਗੇ, ਅਸੀਂ ਤਨਖਾਹਾਂ ਨਹੀਂ ਲਵਾਂਗੇ, ਅਸੀਂ ਆਪਣੀ ਰੋਟੀ ਆਪ ਖਾਵਾਂਗੇ, ਅਸੀਂ ਟਰਾਂਸਪੇਰੈਂਸੀ ਪਾਰਦਰਸ਼ਤਾ ਦੇ ਨਾਲ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ, ਅਸੀਂ ਦੇਖਾਂਗੇ ਕਿ ਲੋਕਾਂ ਦੇ ਕੰਮ ਕਿਉਂ ਨਹੀਂ ਹੁੰਦੇ, ਅਸੀਂ ਪਹਿਰਾ ਦਿਆਂਗੇ ਤੁਹਾਡੇ ਹੱਕਾਂ ਦੇ ਉੱਤੇ, ਪਰ ਤੁਸੀਂ ਸਾਡੇ ਪਿੱਛੇ ਖੜੇ ਰਹਿਣਾ। ਮੈਂ ਇੱਕ ਇਹ ਦੂਜੀ ਗੱਲ ਕਹੀ ਸੀ ਵੀ ਤੁਸੀਂ ਕਿਉਂ ਤੋਂ ਚੰਗੇ ਬੰਦੇ, ਜੇ ਤੁਸੀਂ ਉਹਦੇ ਪਿੱਛੇ ਨਹੀਂ ਖੜੇ, 2 ਦਿਨਾਂ ਦੇ ਵਿੱਚ ਗੋਦੀ ਮੀਡੀਆ ਨੇ ਐ ਉਡਾ ਦੇਣਾ ਵੀ ਇਹ ਤਾਂ ਬੰਦਾ ਹੀ ਬਹੁਤ ਮਾੜਾ ਜੀ, ਕਿਉਂਕਿ ਉਹਨੇ ਜਦ ਪਾਲਿਸੀ ਲਿਆਉਣੀ ਹੈ, ਉਹ ਸੱਟ ਕਿਹਦੇ ਵੱਜਣੀ ਹੈ? ਸੱਟ ਵੱਜਣੀ ਹੈ ਕਰਪਟ ਐਲੀਮੈਂਟ ਦੇ, ਸੱਟ ਵੱਜਣੀ ਹੈ ਕਾਰਪੋਰੇਟ ਦੇ, ਸੱਟ ਵੱਜਣੀ ਆ ਵੱਡੇ ਪ੍ਰਾਈਵੇਟ ਧਨਾੜ ਦੇ। ਜਦੋਂ ਵੱਡੇ ਪ੍ਰਾਈਵੇਟ ਧਨਾੜ ਦੇ ਸੱਟ ਵੱਜਦੀ ਹੈ, ਕਰਪਟ ਐਲੀਮੈਂਟ ਦੇ ਸੱਟ ਵੱਜਦੀ ਹੈ, ਤਾਂ ਉਹ ਤਰ੍ਹਾਂ ਤਰ੍ਹਾਂ ਦੇ ਲਾਂਛਨ ਵੀ ਲਾਉਂਦਾ ਤੁਹਾਡੇ ਤੇ, ਝੂਠੀਆਂ ਤੁਹਾਡੇ ਬਿਆਨਬਾਜ਼ੀਆਂ ਨੂੰ ਇੱਧਰ ਉੱਧਰ ਦੀਆਂ ਕਰਕੇ ਤੋੜ ਕੇ ਫਿਰ ਉਹ ਰਾਸ਼ਟਰਵਾਦ ਦਾ ਨਾਅਰਾ ਦਿੰਦਾ, ਫਿਰ ਉਹ ਜਾਤ ਪਾਤ ਦਾ ਨਾਅਰਾ ਦਿੰਦਾ, ਫਿਰ ਉਹ ਧਰਮ ਦਾ ਨਾਅਰਾ ਦਿੰਦਾ, ਫਿਰ ਉਹ ਤੁਹਾਡਾ ਪੁਰਾਣਾ ਕੋਈ ਕੱਢ ਕੇ ਵੀ ਜੇ ਤੈਂ ਨਹੀਂ ਗਾਲ ਕੱਢੀ ਤਾਂ ਤੇਰੇ ਬਾਪ ਨੇ ਕੱਢੀ ਹੋਣੀ ਹੈ, ਫਿਰ ਤੁਹਾਡਾ ਕੋਈ ਉਹੋ ਜਿਹਾ ਕਾਗਜ਼ ਕੱਢ ਕੇ ਕਹਿ ਦਿੰਦਾ। ਤੀਜੀ ਗੱਲ, ਉਹ ਝੂਠ ਕਹਿੰਦਾ ਹੈ, ਝੂਠਾ ਬਣਾ ਕੇ ਪਾ ਦਿੰਦਾ ਹੈ ਤੁਹਾਡੇ ਲੈਪਟਾਪ 'ਚ, ਤੁਹਾਡੇ ਫੋਨ 'ਚ ਪੈਗਾਸਸ ਰਾਹੀਂ ਝੂਠੀ ਐਂਟਰੀ ਕਰ ਦੇਗਾ, ਉਹ ਪ੍ਰਚਾਰ ਕਰੇਗਾ, ਕਿਉਂਕਿ ਤੁਹਾਡੇ ਪਿੱਛੇ ਲੋਕ ਨਹੀਂ। ਮੈਂ ਆਖਿਆ ਵੀ ਜੇ ਲੋਕ ਪਿੱਛੇ ਖੜੇ ਨੇ ਫਿਰ ਉਹਦੀ ਹਿੰਮਤ ਨਹੀਂ ਪੈਂਦੀ। ਆਪਾਂ ਇੱਕ ਉਦਾਹਰਨ ਦੇ ਕੇ, ਮੈਨੂੰ ਪਤਾ ਵੀ ਟਾਈਮ ਬਹੁਤ ਥੋੜਾ ਹੁੰਦਾ, ਨਸ਼ਿਆਂ ਦੀ ਉਦਾਹਰਨ ਲੈ ਲਓ। ਮੰਨ ਲਓ
ਨਸ਼ੇ ਕਦ ਖਤਮ ਹੋਣਗੇ ਜੇ ਪਿੰਡਾਂ 'ਚ ਕਮੇਟੀਆਂ ਖੜੀਆਂ ਨੇ। ਪਿੰਡ ਦਾ ਕੋਈ ਵਿਅਕਤੀ ਚੰਗਾ ਜਿੰਨਾ ਮਰਜ਼ੀ ਹੋਵੇ, ਜਿਵੇਂ ਇਹਨਾਂ ਨੇ ਬਣਾਤਾ ਸੀ ਨਾ ਕੈਪਟਨ ਸਾਹਿਬ ਨੇ ਵੀ ਮੈਂ ਜੀ GOG ਬਣਾਤੇ। GOG ਨੇ ਕੀ ਕਰਤਾ ਬਈ? ਲੋਕਾਂ ਦੇ ਕੰਮ ਹੋਣ ਲੱਗੇ? ਨਸ਼ੇ ਖਤਮ ਹੋਏ? ਉਹਨਾਂ ਕਿਹਾ ਜੀ ਮੈਂ ਵਲੰਟੀਅਰ ਭਰਤੀ ਕਰਤੇ ਜੀ, ਮੈਂ ਫਲਾਣੇ ਕਰਤੇ ਜੀ, ਹੈਂ। ਤੇ ਇਹ ਜਿਹੜੇ ਨਸ਼ਾ ਛਡਾਊ ਅਫਸਰ ਬਣਾਏ ਇਹਨਾਂ ਨੇ ਆਪਦੇ ਵੱਲੋਂ, ਵਲੰਟਰੀ ਅਫਸਰ, ਉਹਨਾਂ ਨੇ ਕੀ ਕਰਿਆ? ਕਿਉਂਕਿ ਇੱਕ ਵਿਅਕਤੀ ਨੇ ਸਿਰ ਬਣਵਾਉਣਾ, ਆ ਕਿਸਾਨਾਂ ਦਾ ਸਿਰ ਭੰਨਿਆ ਹੀ ਗਿਆ ਇਹਨੇ ਇਕੱਠ 'ਚ ਵੀ। ਸੋ ਜਿਹੜੀ ਜਦ ਪੁਲਿਸ, ਬਿਊਰੋਕਰੇਸੀ, ਸਿਆਸਤ, ਸਮਗਲਰ, ਠੱਗ, ਚੋਰ, ਹੇਰਾਫੇਰੀ ਵਾਲੇ ਇਕੱਠੇ ਹੋਏ ਨੇ, ਉਹਨਾਂ ਦਾ ਇੱਕ ਇਕੱਠਾ ਸਾਂਝਾ ਗੁੱਟ ਬਣਿਆ ਹੋਇਆ ਹੈ। ਉਹ ਗੁੱਟ ਨੂੰ ਇੱਕ ਵਿਅਕਤੀ ਨਹੀਂ ਤੋੜ ਸਕਦਾ। ਉਹ ਜਿੱਤ ਵੀ ਜਾਵੇ, ਉਹ ਲੋਕ ਉਹਦੇ ਜਿੰਨਾ ਚਿਰ ਨਾਲ ਹਰ ਵਕਤ ਨਾਲ ਨਹੀਂ ਖੜਦੇ ਵੀ ਕੋਈ ਗੱਲ ਨਹੀਂ ਤੂੰ ਪਰਵਾਹ ਨਾ ਕਰ, ਤੂੰ ਖੜਾ ਰਹਿ, ਦੇਖੀ ਜਾਓ ਜੋ ਹੁੰਦਾ। ਔਰ ਉਹ ਇਸ ਗੱਲ ਤੇ ਨਹੀਂ ਆਉਂਦਾ ਵੀ ਭਾਵੇਂ ਮੇਰਾ ਕਤਲ ਕਰ ਦੋ, ਮੈਨੂੰ ਜੇਲ੍ਹ 'ਚ ਸੁੱਟ ਦੋ, ਮੇਰੀ ਬਦਨਾਮੀ ਕਰ ਦੋ, ਪਰ ਮੈਂ ਸੱਚ ਤੇ ਪਹਿਰਾ ਦੇਣਾ, ਮੈਂ ਲੋਕਾਂ ਦੇ ਹੱਕਾਂ ਵਾਸਤੇ ਖੜੇ ਹੋਣਾ। ਤੇ ਮੈਂ ਮਨਸੂਰ ਨੂੰ, ਮੈਂ ਸੁਕਰਾਤ ਨੂੰ, ਮੈਂ ਗੁਰੂ ਨਾਨਕ ਦੇਵ ਜੀ ਨੂੰ, ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ, ਮੈਂ ਬੰਦਾ ਸਿੰਘ ਬਹਾਦਰ ਨੂੰ, ਮੈਂ ਦੇਸ਼ ਦੇ ਕਰਤਾਰ ਸਰਾਭਿਆਂ ਨੂੰ, ਕੂਕਿਆਂ ਨੂੰ, ਮੈਂ ਉਹਨਾਂ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਸੀ ਇਸ ਦੇਸ਼ ਵਾਸਤੇ। ਮੈਂ ਵੀ ਹੁਣ ਮੇਰੀ ਵਾਰੀ ਆ ਗਈ, ਹੁਣ ਮੈਂ ਉਸ ਜਿਹੜੀ ਹੈਗੀ ਹੈ ਬੇਦੀ ਤੇ ਚੜਾਂਗਾ ਦੇਸ਼ ਦੀ ਆਜ਼ਾਦੀ ਦੀ। ਤੇ ਵੀ ਕੋਈ ਗੱਲ ਨਹੀਂ, ਮੇਰਾ ਲਾ ਦਿਓ ਜਿਹੜਾ ਤੁਸੀਂ ਲਾਂਬੂ ਲਾਉਣਾ ਮੈਨੂੰ। ਇਹ ਗੱਲ ਆਊ ਕਦ? ਇਹ ਗੱਲ ਐ ਨਹੀਂ ਆ ਜਾਣੀ ਵੀ ਕਿਸੇ ਨੂੰ ਕਹੀਏ ਚੱਲ ਚੰਗਾ ਹੁੰਦਾ ਹੈ, ਦੇਸ਼ ਭਗਤੀ ਹੁੰਦੀ ਹੈ, ਲੋਕ ਦੁਖੀ ਨੇ, ਇਹ ਚੋਰੀ ਨਹੀਂ ਕਰਨੀ, ਐ ਨਹੀਂ ਆਉਣੀ। ਇਹ ਆਉਣੀ ਹੈ ਇੱਕ ਲਹਿਰ ਚੋਂ। ਆ ਕਿਸਾਨ ਲਹਿਰ 'ਚ ਕੋਈ ਕਹਿਣ ਜਾਂਦਾ ਵੀ ਤੁਸੀਂ ਇੱਥੋਂ ਆਟਾ ਦਿਓ ਜੀ, ਦਾਲ ਦਿਓ ਜੀ, ਲੋਕ ਆਪੀ ਜਾ ਕੇ ਦਾਨ ਦੇ ਰਹੇ ਨੇ। ਅੱਜ ਮੈਨੂੰ ਕੋਈ ਸੁਣਾ ਰਿਹਾ ਸੀ ਕਿਸੇ ਬਾਹਰਲੇ ਬੰਦੇ ਨੇ ਉੱਥੇ 7 ਕੇ 9 ਤਾਂ ਆ ਜਿਹੜੇ ਹੁੰਦੇ ਨਾ ਫਰੀਜ਼ਰ ਵੀ ਸਮਾਨ ਖਾਣਾ ਨਾ ਖਰਾਬ ਹੋਵੇ, 8-9 ਉੱਥੇ ਟਿਊਬਵੈਲ ਲਵਾਤੇ ਉਸਨੇ। ਮਤਲਬ ਜੇ ਮੈਂ ਹਿਸਾਬ ਲਾਵਾਂ ਤਾਂ ਤਕਰੀਬਨ ਕਰੋੜ ਰੁਪਇਆ ਉਹਨੇ ਖਰਚਤਾ। ਬਾਹਰਲਾ ਬੰਦਾ, ਪੈਸੇ ਹੈਗੇ ਨੇ ਉਹਦੇ ਕੋਲ। ਹੁਣ ਕਰੋੜ ਰੁਪਇਆ ਉਹਨੂੰ ਕੋਈ ਕਹਿ ਨਹੀਂ ਗਿਆ ਖਰਚਦੇ। ਉਹ ਹੁਣ ਵੀ ਪੰਜਾਬ 'ਚ ਕਹਿੰਦਾ ਯਾਰ ਪੰਜਾਬ 'ਚ ਕੁਛ ਹੋ ਜੇ, ਮੈਂ ਪੰਜਾਬ 'ਚ ਹੋਰ ਪੈਸਾ ਖਰਚਣ ਨੂੰ ਤਿਆਰ ਹਾਂ ਵੀ ਪੰਜਾਬ ਦੀ ਕਾਇਆ ਕਲਪ ਹੋ ਜੇ, ਕਿਉਂਕਿ ਉਹ ਆਪਦੇ ਪੈਸੇ ਦੀ ਸਹਿਯੋਗ ਵਰਤੋਂ ਕਰ ਰਿਹਾ। ਪੈਸਾ ਹੈਗਾ ਉਹਦੇ ਕੋਲ, ਬਾਹਰ ਬੈਠਾ, ਉਹ ਕਹਿੰਦਾ ਮੈਂ ਖਰਚਣ ਨੂੰ ਤਿਆਰ ਹਾਂ। ਯਾਰ ਕੋਈ ਪੰਜਾਬ 'ਚ ਉੱਠੇ ਤਾਂ ਸਹੀ। ਉੱਠ ਨਹੀਂ ਰਹੇ ਲੋਕ, ਕਿਉਂਕਿ ਜਿਹੜਾ ਉੱਠਦਾ ਹੈ ਉਹ ਕਿਸੇ ਨਾ ਕਿਸੇ ਉਸੇ ਚੱਕਰ 'ਚ ਪੈ ਜਾਂਦਾ ਹੈ। ਉੱਠਣਾ ਅੱਜ ਕੀ ਲੋੜ ਹੈ? ਅੱਜ ਮੈਂ 2-3 ਗੱਲਾਂ ਕਹਾਂਗਾ। ਕੌਣ ਉੱਠੂਗਾ? ਜਿਹੜਾ ਕਹੂਗਾ ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਹੁਣ ਉਹ ਕੋਈ ਐ ਨਹੀਂ ਵੀ ਲੱਕੜ ਦੀ ਰੋਟੀ ਲਈ ਸੀ ਭਗਤ ਆਪਣਾ ਬਾਬਾ ਫਰੀਦ ਨੇ। ਉਹ ਜਿਵੇਂ ਆਪਾਂ ਕਹਿੰਦੇ ਇਹ ਤਾਂ ਲੱਕੜ ਵਰਗੀ ਹੋਈ ਰੋਟੀ ਸੁੱਕੀ, ਵੀ ਮੈਂ ਸੁੱਕੀ ਰੋਟੀ ਖਾਣ ਵਾਲਾ। ਪਰ ਜਿਹੜੇ ਉਹ, ਕਿਉਂਕਿ ਮੈਂ ਲੋਕਾਂ ਦਾ ਬੰਦਾ, ਜਿਹੜੇ ਉਹ ਚੋਪੜੀਆਂ ਖਾਂਦੇ ਨੇ, ਉਹ ਭਾਈ ਉਹਨਾਂ ਤਾਕਤਾਂ ਦੇ ਰਾਜਿਆਂ ਦੇ ਬੰਦੇ ਨੇ। ਤੇ ਪਰ ਅਲਟੀਮੇਟਲੀ ਉਹਨਾਂ ਨੂੰ ਦੁੱਖ ਹੋਊਗਾ। ਇੱਦਾਂ ਹੀ ਉਹਨਾਂ ਨੇ ਆਖਿਆ ਹੈ, ਜੇ ਲੱਭਤਾ ਨੇ ਕਿਹਾ ਲੱਭਤਾ ਕੂੜਾ ਨੇ, ਕਿੱਚਰ ਝੱਟ ਲੰਘਾਈ ਹੈ ਛੱਪੜ ਟੁੱਟੇ ਮੇ। ਜੇ ਲਾਲਚ ਦੇ ਵਾਸਤੇ, ਚਾਹੇ ਨਾਮ ਦਾ ਲਾਲਚ ਹੋਵੇ, ਚਾਹੇ ਅਹੁਦੇ ਦਾ ਲਾਲਚ ਹੋਵੇ, ਚਾਹੇ ਪੈਸੇ ਦਾ ਲਾਲਚ ਹੋਵੇ, ਚਾਹੇ ਇੱਜ਼ਤ ਮਾਨ ਦਾ ਲਾਲਚ ਹੋਵੇ, ਜਦ ਤੁਸੀਂ ਕਿਸੇ ਵੀ ਲਾਲਚ ਦੇ ਵਿੱਚ ਜਿਉ ਤਾਂ ਫਿਰ ਤੁਹਾਡਾ ਲੋਕਾਂ ਨਾਲ ਪਿਆਰ ਨਹੀਂ ਹੈ। ਫਿਰ ਬਹੁਤਾ ਜ਼ਿਆਦਾ ਦੇਰ ਰਹਿ ਨਹੀਂ ਸਕਦਾ। ਉਹ ਟੁੱਟੇ ਹੋਏ ਛੱਪੜ 'ਚ ਜਿਹਦੀ ਛੱਤ ਚੋਂਦੀ ਹੋਵੇ, ਕਿੰਨਾ ਕੁ ਚਿਰ ਉਹਦੇ ਥੱਲੇ ਖੜੇ ਰਹੋਗੇ? ਸੁੱਕੇ ਕਿਵੇਂ ਰਹਿ ਜਾਓਗੇ ਉਹਦੇ ਥੱਲੇ? ਸੋ ਇਸ ਕਰਕੇ ਫਿਰ ਉਹ ਕੀ ਕਹਿੰਦੇ ਨੇ, ਫਿਰ ਇਸ ਦੇ ਬਾਵਜੂਦ ਉਹ ਕਹਿੰਦੇ ਨੇ, ਕਾਲੇ ਮੇਢੇ ਕੱਪੜੇ ਕਾਲਾ ਮੇਢਾ ਵੇਸ, ਗੁਣਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਫਿਰ ਆਪਣੇ ਅੰਦਰ ਆਪ ਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਵੇਖ। ਉਹ ਇਹ ਬਾਬਾ ਫਰੀਦ ਨੇ ਸਾਰੀ ਸਿੱਖਿਆ ਦੇਤੀ ਵੀ ਆਪਦੇ ਅੰਦਰ ਝਾਤੀ ਮਾਰ, ਤੂੰ ਅਜੇ ਵੀ ਕਾਲਾ ਹੈ, ਲੋਕ ਤੈਨੂੰ ਦਰਵੇਸ਼ ਸਮਝੀ ਜਾਂਦੇ ਨੇ, ਤੂੰ ਉਹਨਾਂ ਦਰਵੇਸ਼ ਅਜੇ ਬਣਿਆ ਨਹੀਂ। ਦਰਵੇਸ਼ ਬਣਦਾ ਕਾਹਦੇ ਚੋਂ? ਇੱਕ ਲਹਿਰ ਚੋਂ। ਸੋ ਅੱਜ ਪੰਜਾਬ 'ਚ ਮੈਨੂੰ ਅਜੇ ਵੀ, ਮੈਂ ਇਹ ਉਮੀਦ ਰੱਖਦਾ, ਮੈਨੂੰ ਸੱਚੀ ਮੁੱਚੀ ਇਹ ਯਕੀਨ ਹੈ ਇਸ ਉਮਰ 'ਚ ਵੀ ਮੈਂ ਕਦੇ ਨਿਰਾਸ਼ ਨਹੀਂ ਹੋਇਆ, ਐਵੇਂ ਕਹਿੰਦਾ। ਤੇ ਇਹ ਕਹਿ ਲਓ ਵੀ ਲੋਕਾਂ ਦੀ ਸਭ ਦੀ ਇਹ ਕਿਰਪਾ ਹੈ ਮੇਰੇ ਤੇ, ਬਈ ਮੈਂ ਨਿਰਾਸ਼ ਨਹੀਂ ਹੋਇਆ। ਇਸ ਕੁਦਰਤ ਨੇ ਬਹੁਤ ਕੁਝ ਦਿੱਤਾ, ਵੀ ਕੋਈ ਗੱਲ ਨਹੀਂ, ਔਖ ਸੌਖ ਬਹੁਤ ਕੁਛ ਆਉਂਦਾ ਜੀਵਨ 'ਚ, ਹੈ ਇੱਜ਼ਤ ਮਾਨ, ਦੁੱਖ ਸੁੱਖ ਦੁੱਖ ਸੁੱਖ 2000 ਕੱਪੜੇ ਪਹਿਰੇ ਜਾਏ ਮਨੁੱਖ। ਇਹ ਤਾਂ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਨੇ, ਹੈ ਜੀ।
ਤੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਬਹੁਤਾ ਬਹਿਸ ਵੀ ਨਾ ਕਰੋ। ਜਿੱਥੇ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਮੰਨਣਾ ਤਾਂ ਹੈ ਨਹੀਂ, ਉਹਨਾਂ ਨੂੰ ਦੱਸਣ ਦੀ ਕੀ ਲੋੜ ਹੈ। ਉਹ ਜਿਵੇਂ ਕਬੀਰ ਸਾਹਿਬ ਨੇ ਕਹਿ ਰਹੇ, ਗੰਦੀ ਮੰਦ ਅੰਧ ਤੂੰ ਇਤਰ ਦਿਖਾਵੇ ਕਹੇ, ਕਹਿੰਦਾ ਕਾਹਨੂੰ ਇਹਨਾਂ ਨੂੰ ਅਤਰ ਦਿਖਾਉਣਾ ਫਿਰਦਾ ਹੈ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਅਤਰ ਸੁੰਘਣ ਦੀ ਚੀਜ਼ ਹੁੰਦੀ ਹੈ, ਇਹ ਤਾਂ ਚੱਖ ਕੇ ਕਹਿੰਦੇ ਵੀ ਬੜਾ ਸਵਾਦ ਹੈ। ਸੋ ਤੁਸੀਂ ਜਿਹੜਾ ਅੱਜ ਸਾਡੇ ਕੋਲ ਦੁਖਾਂਤ ਇਸ ਗੱਲ 'ਚ ਆ ਗਿਆ ਹੈ ਕਿ ਸਾਡਾ ਜਿਹੜਾ ਬੁੱਧੀਜੀਵੀ ਹੈ, ਸਾਡਾ ਜਿਹੜਾ ਲੇਖਕ ਹੈ, ਸਾਡਾ ਜਿਹੜਾ ਉਹ ਉਸ ਲੈਵਲ ਤੇ ਕੰਮ ਕਰਦੇ ਨੇ ਆਪਦੇ ਲੈਵਲ ਤੇ, ਪਰ ਇੱਕ ਦਾਇਰੇ ਨੂੰ ਤੋੜ ਕੇ ਗਾਹਾਂ ਨਹੀਂ ਜਾਂਦੇ। ਜਦ ਇੱਕ ਬੰਦਾ ਇੱਕ ਦਾਇਰੇ 'ਚ ਹੀ ਕੰਮ ਕਰਦਾ ਹੈ, ਉਹ ਸਮਾਜ ਨੂੰ ਅੱਗੇ ਨਹੀਂ ਵਧਾ ਸਕਦਾ। ਸਮਾਜ ਨੂੰ ਉਹ ਅੱਗੇ ਲੈ ਕੇ ਜਾਂਦਾ ਜਿਹੜਾ ਦਾਇਰਾ ਤੋੜ ਕੇ, ਜਿਹਨੂੰ ਆਪਾਂ ਲੀਹਾ ਪਾਉਣਾ ਕਹਿੰਦੇ ਆ, ਨਵਾਂ ਲੀਹਾ ਪਾਉਂਦਾ। ਸੋ ਅੱਜ ਪੰਜਾਬ ਦੇ ਵਿੱਚ ਮੁੱਦਿਆਂ ਦੀ ਸਿਆਸਤ ਦੀ ਲੋੜ ਹੈ, ਵਾਅਦਿਆਂ ਦੀ ਸਿਆਸਤ ਛੱਡਣੀ ਚਾਹੀਦੀ ਹੈ। ਮੇਰੀ ਕੋਸ਼ਿਸ਼ ਹੈ, ਮੈਨੂੰ ਨਹੀਂ ਪਤਾ ਮੈਂ ਕਿੰਨਾ ਕੁ ਸਫਲ ਹੋਵਾਂਗਾ, ਵੀ ਮੈਂ 15-20 ਦਿਨ ਲਾ ਕੇ ਪੰਜਾਬ ਦੇ ਕਿੱਡੇ ਇਸ਼ੂ ਦੇ ਉੱਤੇ ਇਹੀ ਜੀ ਇੱਕ ਬੁੱਕਲੈਟ ਤਿਆਰ ਕਰਾਂ, ਜਿਹਦੇ ਵਿੱਚ ਕੋਈ ਕਹਿੰਦਾ ਵੀ ਇਹ 10-20 ਪੇਜ ਦੀ ਹੋਵੇ, ਕੋਈ ਕਹਿੰਦਾ ਇੱਕ ਦਾ ਤੁਸੀਂ ਲਿਖ ਦਿਓ ਛੋਟਾ ਹੈ, ਇੱਕ ਪੇਜ ਬਣਾ ਕੇ ਵੱਖਰਾ। ਕਈ ਤਰ੍ਹਾਂ ਦੇ ਵਿਚਾਰ ਆ ਰਹੇ ਨੇ, ਮੈਂ ਸੁਣ ਰਿਹਾ ਲੋਕਾਂ ਦੇ ਵਿਚਾਰ ਵੀ। ਕੀ ਕਰਾਂ, ਡਾਟਾ ਮੈਂ ਕਾਫੀ ਤਿਆਰ ਕਰਿਆ ਹੋਇਆ, ਉਹ ਅੰਕੜੇ ਵੀ ਇੰਨੇ ਭਾਰੀ ਨਾ ਹੋ ਜਾਣ ਕਿ ਲੋਕਾਂ ਨੂੰ ਸਮਝ ਨਾ ਪੈਣ, ਲੋਕਾਂ ਨੂੰ ਕਲੀਅਰ ਹੋਵੇ ਵੀ ਆਹ ਮੁੱਦਾ ਹੈ, ਇਹ ਤੇ ਆਹ ਸਟੀਕ ਇੱਕ ਸਵਾਲ ਕਰਨਾ ਵੀ ਦੱਸੋ ਆ। ਤੇ ਜੇ ਕਿਉਂਕਿ ਹਰੇਕ ਥੱਲੇ ਤੱਕੇ ਜਦ ਪਹੁੰਚ ਜੇ, ਜਿਵੇਂ ਹੁਣ ਲੋਕਾਂ 'ਚ ਇਹ ਗੱਲ ਤਾਂ ਪਹੁੰਚ ਗਈ ਨਾ, ਡਰਦੇ ਨਹੀਂ ਮੋਦੀ ਦੀ ਘੁਰਕੀ ਤੋਂ, ਖਿੱਚ ਲਿਆਵਾਂਗੇ ਕੁਰਸੀ ਤੋਂ, ਇਹ ਗੱਲ ਆਮ ਬੱਚੇ 'ਚ ਪਹੁੰਚ ਚੁੱਕੀ। ਇਹ ਦੱਸਣ ਦੀ ਤਾਂ ਨਹੀਂ ਨਾ ਲੋੜ। ਦੂਜੀ ਗੱਲ ਪਹੁੰਚ ਚੁੱਕੀ ਵੀ ਜਿੰਨਾ ਚਿਰ ਬੇੜੇ ਕਾਨੂੰਨ ਵਾਪਸ ਨਹੀਂ ਹੁੰਦੇ ਨਾ, ਇਹ ਅੰਦੋਲਨ ਨਹੀਂ ਛੱਡਣਾ, ਜੋ ਮਰਜ਼ੀ ਹੋ ਜੇ। ਇਹ ਦੋ ਗੱਲਾਂ ਹੁਣ ਘਰ 'ਚ ਪਹੁੰਚ ਚੁੱਕੀਆਂ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ। ਇੱਦਾਂ ਹੀ ਆ ਜਿਹੜੇ ਮੁੱਦੇ ਨੇ, ਇਹਨਾਂ 'ਚ ਛੋਟੇ ਸਲੋਗਨ ਬਣਾ ਕੇ, ਛੋਟੇ ਉਹ ਬਣਾ ਕੇ, ਨਾਲ ਥੋੜਾ ਬੈਕਗਰਾਊਂਡ ਮਟੀਰੀਅਲ ਦੇ ਕੇ, ਤਾਂ ਕਿ ਉਹਨੂੰ ਸਮਝ ਵੀ ਹੋਵੇ। ਉਹ ਇਸ ਗੱਲ 'ਚ ਅਜੇ ਕੰਧਾਂ ਤੇ ਲਿਖਣੇ ਸ਼ੁਰੂ ਕਰ ਦੇ ਵੀ ਜਿਹਨੇ ਆਹ ਮੁੱਦੇ ਸੋਲਵ ਕਰਨੇ, ਪਿੰਡਾਂ 'ਚ ਬੋਰਡ ਲੱਗਣੇ ਸ਼ੁਰੂ ਹੋ ਜਾਣ ਵੀ ਆਹ ਮੁੱਦੇ ਨੇ, ਇਹਨਾਂ ਨੂੰ ਸੋਲਵ ਕਰੋਗੇ ਤਾਂ ਅਸੀਂ ਦੇਖਾਂਗੇ। ਉਹੀ ਜੀ ਇੱਕ ਲਹਿਰ ਹੌਲੀ ਉਹ ਇੱਕ ਦਿਨ 'ਚ ਨਹੀਂ ਉਸਰਦੀ ਬੱਲੇ, ਉਹ ਤੇ ਥੋੜਾ ਟਾਈਮ ਲੱਗਦਾ ਹੈ। ਇਸ ਵਾਰੀ ਤਾਂ ਜਿਹੀ ਜਿਹੀਆਂ ਚੋਣਾਂ ਹੋਣੀਆਂ ਨੇ ਹੋ ਜਾਣੀਆਂ ਨੇ, ਪਰ ਸਾਨੂੰ ਇੱਕ ਤਜਰਬਾ, ਬਸ ਲਾਸਟ ਗੱਲ ਮੈਂ ਕਹਿ ਕੇ ਆਪਦੀ ਗੱਲ ਖਤਮ ਕਰਨ ਲੱਗਿਆ, ਪੰਚਾਇਤਾਂ ਦੀਆਂ ਚੋਣਾਂ 'ਚ ਸਾਡਾ ਤਜਰਬਾ ਹੋਇਆ 1800 ਸਰਪੰਚ ਕਾਗਜ਼ ਵਾਸ ਹੋਣ ਤੋਂ ਪਹਿਲਾਂ ਸਰਬਸੰਮਤੀ ਨਾਲ ਚੁਣਿਆ ਗਿਆ ਸੀ। ਅਸੀਂ ਲਹਿਰ ਚਲਾਈ ਹੋਈ ਸੀ ਪਿੰਡ ਬਚਾਓ ਪੰਜਾਬ ਬਚਾਓ ਵੱਲੋਂ, ਗਿਆਨੀ ਕੇਵਲ ਸਿੰਘ ਜੀ ਉਹਦੇ ਆਗੂ ਸੀਗੇ, ਹੈਗੇ ਨੇ ਹੁਣ ਵੀ ਤੇ ਆਗੂ। ਉਹਦੇ ਵਿੱਚ 1800 ਸਰਪੰਚ, ਉਂਝ ਤਾਂ ਬਾਅਦ ਦੇ ਵਿੱਚ ਤਾਂ ਉਹ ਤਕਰੀਬਨ 4000 ਹੋ ਗਿਆ, ਪਰ ਉਹਦੇ 'ਚ ਆਪਾਂ ਸਮਝ ਸਕਦੇ ਵੀ ਕਿਸੇ ਦੇ ਕਾਗਜ਼ ਰਿਜੈਕਟ ਕਰਾਤੇ ਜੀ, ਕਿਸੇ ਦੇ ਧੱਕੇ ਨਾਲ ਵਾਪਸ ਕਰਾਤੇ ਜੀ, ਕਿਸੇ ਲਾਲਚ ਨਾਲ ਕਰਾਤੇ, ਹੋ ਸਕਦੇ ਨੇ, ਪਰ 1800 ਤਾਂ ਚੁਣਿਆ ਗਿਆ ਨਾ। ਇੱਦਾਂ ਹੀ ਤਕਰੀਬਨ 22000 ਪੰਚ ਕਾਗਜ਼ ਵਾਪਸ ਹੋਣ ਤੋਂ ਪਹਿਲਾਂ, ਕਾਗਜ਼ ਵਾਪਸ ਹੋਣ ਤੱਕ ਹੋਣ ਤੇ ਤਾਂ 39000, ਜੇ 95000 ਦੇ ਵਿੱਚੋਂ 92000 93000 ਚੋਂ 39000 ਬੰਦਾ ਸਰਬਸੰਮਤੀ ਨਾਲ, ਜਿਹ ਚੋਂ 22000 ਜਾਨੀ ਕਿ ਚੌਥਾ ਹਿੱਸਾ ਕਾਗਜ਼ ਵਾਪਸ ਹੋਣ ਦੀ ਡੇਟ ਤੋਂ ਪਹਿਲਾਂ ਸਰਬਸੰਮਤੀ ਨਾਲ ਚੁਣਿਆ ਜਾਂਦਾ ਹੈ। ਕਿਉਂਕਿ ਅਸੀਂ ਨਾਅਰਾ ਦਿੱਤਾ ਪੂਰੀ ਪੰਚਾਇਤ ਸਰਬਸੰਮਤੀ ਨਾਲ ਬਣਾਓ, ਜੇ ਪੂਰੀ ਨਹੀਂ ਬਣਦੀ ਸਰਪੰਚ ਸਰਬਸੰਮਤੀ ਨਾਲ ਬਣਾਓ, ਜੇ ਸਰਪੰਚ ਵੀ ਨਹੀਂ ਬਣਦਾ ਕੋਈ 1-2 ਜਿੰਨੇ ਵੀ ਪੰਚ ਬਣ ਸਕਦੇ ਨੇ ਉੱਥੇ ਸਰਬਸੰਮਤੀ ਕਰੋ, ਆਪਣਾ ਭਾਈਚਾਰਾ ਰੱਖੋ। ਸੋ ਉਹਦੇ 'ਚ ਅਸੀਂ ਸਫਲ ਹੋਏ ਸੀ, ਉਹਦਾ ਪ੍ਰਭਾਵ ਵੀ ਹੋਇਆ। ਦੂਜਾ ਅਸੀਂ ਨਾਅਰਾ ਦਿੱਤਾ ਸੀ ਵੀ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਕਰੋ। ਅੱਜ ਤੋਂ ਪਹਿਲਾਂ ਇਹ 2-3 ਸਾਲ ਤੋਂ ਪਹਿਲਾਂ ਲੋਕਾਂ ਨੂੰ ਇਹੀ ਨਹੀਂ ਪਤਾ ਸੀ ਗ੍ਰਾਮ ਸਭਾ ਵੀ ਕੋਈ ਚੀਜ਼ ਹੁੰਦੀ ਹੈ। ਹੁਣ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਪਤਾ ਵੀ ਗ੍ਰਾਮ ਸਭਾ ਕੋਈ ਚੀਜ਼ ਹੈਗੀ ਹੈ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਜਦ ਔਰ ਉਹ ਚੇਤਨ ਹੁੰਦੇ ਨੇ, ਫਿਰ ਉਹ ਗ੍ਰਾਮ ਸਭਾ ਕਰਦੇ ਨੇ, ਫਿਰ ਉਹ ਆਪਦਾ ਰਾਈਟ ਨੂੰ ਐਕਸਰਸਾਈਜ਼ ਕਰਦੇ ਨੇ। ਸੋ ਮੈਨੂੰ ਲੱਗਦਾ ਵੀ ਪੰਜਾਬ ਹੁਣ ਜਾਗ ਰਿਹਾ ਹੈ, ਪੰਜਾਬ ਉਸਲਵੱਟੇ ਲੈ ਰਿਹਾ ਹੈ। ਪੰਜਾਬ ਸੁੱਤਾ ਸੀ, ਉਹ ਹੁਣ ਅੰਗੜਾਈ ਲੈ ਰਿਹਾ ਹੈ ਵੀ ਯਾਰ ਬਹੁਤ ਕਾਣ ਹੋ ਚੁੱਕਿਆ 84 'ਚ, ਮੇਰਾ ਬਹੁਤ ਕਤਲੇਆਮ ਹੋ ਚੁੱਕਿਆ, ਮੇਰੀ ਬਹੁਤ ਇਨਸਲਟ ਹੋ ਚੁੱਕੀ, ਮੇਰਾ ਪਾਣੀ ਖਰਾਬ ਹੋ ਗਿਆ, ਮੇਰੀ ਮਿੱਟੀ ਖਰਾਬ ਹੋ ਗਈ, ਮੇਰੀ ਜਵਾਨੀ ਖਰਾਬ ਹੋ ਗਈ, ਮੇਰੀ ਹਵਾ ਖਰਾਬ ਹੋ ਗਈ, ਮੇਰਾ ਅਰਥਚਾਰਾ ਖਰਾਬ ਹੋ ਗਿਆ, ਮੇਰਾ ਭਾਈਚਾਰਾ ਖਰਾਬ ਹੋ ਗਿਆ। ਪਰ ਮੈਂ ਇਹਨੂੰ ਮੁੜ, ਚਾਹੇ ਜਿੰਨਾ ਮਰਜ਼ੀ, ਜੇ ਮੈਂ ਪਾਕਿਸਤਾਨ 'ਚੋਂ ਉੱਜੜ ਕੇ ਆਇਆ ਸੀ, ਮੈਂ ਮੁੜ ਕੇ ਆਪਣੇ ਆਪ ਨੂੰ ਵਸਾਇਆ ਸੀ ਇੱਥੇ। ਜੇ ਮੈਂ 84 ਦੇ ਵਿੱਚ ਮੇਰੇ ਨਾਲ ਜੋ ਹੋਇਆ, ਮੈਂ ਮੁੜ ਕੇ ਆਪਣੇ ਆਪ ਨੂੰ ਖੜਾ ਕਰਿਆ ਸੀ। ਅੱਜ ਪੰਜਾਬ ਫੇਰ ਖੜਾ ਹੋਏਗਾ, ਔਰ ਉਸ ਪਾਸੇ ਵੱਲ ਨੂੰ ਮੈਨੂੰ ਯਕੀਨ ਹੈ, ਮੈਂ ਜੋ ਦੇਖਦਾ ਉਸ ਪਾਸੇ ਵੱਲ ਨੂੰ ਇੱਕ ਪਾਸਾ ਤੁਰ ਰਿਹਾ ਹੈ। ਸਪੀਡ ਥੋੜ੍ਹੀ ਹੈ, ਕੋਈ ਸ਼ੱਕ ਨਹੀਂ ਹੈ, ਪਰ ਇਹ ਹਨੇਰੀ ਬਣਨ ਦਾ ਕੋਈ ਪਤਾ ਨਹੀਂ ਲੱਗਦਾ ਕਦ ਹਨੇਰੀ ਬਣ ਜਾਂਦੀ ਹੈ। ਸੋ ਇਹ ਮੈਨੂੰ ਲੱਗਦਾ ਹੈ। ਇੱਕ ਗੱਲ ਜ਼ਰੂਰ ਯਾਦ ਰੱਖਿਓ, ਜਿਹੜਾ ਬੰਦਾ ਤੁਹਾਨੂੰ ਹੀ ਹਮਦਰਦੀ ਕਰਨ ਲੱਗ ਜੇ, ਇੱਕ ਕਵੀ ਨੇ ਕਿਹਾ ਐ ਗੁਲ ਮੀਤ ਨਾ ਜਾਣੀ ਹਰ ਕਿਸੇ ਨੂੰ, ਕੋਲ ਤੇਰੇ ਜੋ ਆਣ ਖੜੋਵੇ, ਆਪਣੀ ਗਰਜ ਸਭੀ ਜਗ ਪਿਆਰੇ, ਤੋੜ ਲਿਆਂ ਖੁਸ਼ ਹੋਵੇ। ਇੱਕ ਦਰਦ ਤੇਰਾ ਹੈ ਬੁਲਬੁਲ ਨੂੰ, ਜੋ ਹਿਜਰ ਤੇਰੇ ਵਿੱਚ
ਕੋਲ ਤੇਰੇ ਬਹਿ ਰੋਵੇ। ਜਿਹਨੂੰ ਪੰਜਾਬ ਦਾ ਦਰਦ ਹੈ ਉਹ ਪੰਜਾਬ ਨਾਲ ਜੁੜ ਕੇ ਗੱਲ ਕਰੇਗਾ। ਦੂਜਾ ਹਰੇਕ ਹੀ ਕਹੂਗਾ ਹਾਂ ਯਾਰ ਪੰਜਾਬ ਦਾ ਚੰਗਾ ਹੋਣਾ ਚਾਹੀਦਾ ਹੈ, ਆਹ ਹੋਣਾ ਚਾਹੀਦਾ ਹੈ, ਭਲਾ ਹੋਣਾ ਚਾਹੀਦਾ ਹੈ। ਸਾਨੂੰ ਇਹ ਪਛਾਣ ਕਰਨੀ ਪਊਗੀ, ਜਿਵੇਂ ਉਸ ਕਵੀ ਨੇ ਕਿਹਾ ਵੀ ਹਰੇਕ ਨੂੰ ਨਾ ਮਿੱਤਰ ਸਮਝ ਬੈਠੀ, ਜਿਹੜਾ ਤੇਰੇ ਕੋਲ ਆ ਕੇ ਖੜਦਾ ਹੈ ਉਹ ਫੁੱਲ ਤੋੜਨ ਦੇ ਵਾਸਤੇ, ਯਾਨੀ ਕਿ ਚੋਣ ਲੜ ਕੇ ਆਪਣੀ ਸੀਟ ਬਣਾਉਣ ਦੇ ਉਹੋ ਜਿਹੇ ਲਾਲਚ 'ਚ ਹੋ ਸਕਦਾ ਹੈ। ਪਰ ਇਹ ਬੁਲਬੁਲਾਂ ਹੈਗੀਆਂ ਨੇ ਜਿਹੜੀਆਂ ਆ ਕੇ ਕੋਲ ਬਹਿ ਕੇ ਹਿਜਰ ਚਲਾਉਂਦੀਆਂ ਨੇ, ਵੀ ਉਹ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਆਖਰੀ ਸਵਾਲ ਹੈ ਮੇਰਾ। ਵੈਸੇ ਤੁਹਾਡੇ ਮੁਖਾਰਬਿੰਦ ਤੋਂ ਜੋ ਅਸੀਂ ਸੁਣਦੇ ਹਾਂ ਉਹਦੇ ਨਾਲ ਥੋੜੀ ਜਿਹੀ ਹੋਰ ਜਾਗਰੂਕਤਾ ਸੁਣਦੇ ਮਨ ਦੇ ਵਿੱਚ ਸਵਾਲ ਬੜੇ ਪੈਦਾ ਹੁੰਦੇ ਨੇ। ਮੇਰਾ ਆਖਰੀ ਆ, ਤੁਸੀਂ ਜਿੰਨਾ ਸਮਾਂ ਲਾਉਣਾ ਉੱਤੇ ਲਾ ਲਿਓ, ਜੇ ਚਾਹੋਗੇ ਤਾਂ ਅਗਲੀ ਵਾਰ ਉਹਦੇ ਤੇ ਗੱਲ ਹੋਰ ਜਾਰੀ ਰਹੇਗੀ। ਪਰ ਸਵਾਲ ਇਹ ਸੀਗਾ ਕਿ ਜਦੋਂ ਤੁਸੀਂ ਲਹਿਰ ਦੀ ਗੱਲ ਕਰਦੇ ਹੋ, ਕੀ ਇਸ ਲਹਿਰ ਦੇ ਨਾਲ ਇੱਕ ਸਿੱਖਿਆ ਦੇ ਪ੍ਰਤੀ ਵੀ ਜਾਗਰੂਕ, ਜਾਂ ਸਿੱਖਿਆ ਦੇ ਵਿੱਚ ਬੱਚਿਆਂ ਨੂੰ ਜੋੜਨਾ, ਨੌਜਵਾਨਾਂ ਨੂੰ ਜੋੜਨਾ, ਪੇਂਡੂ ਤਬਕੇ ਨੂੰ ਜੋੜਨਾ, ਉਹਨਾਂ ਨੂੰ ਇਹ ਦੱਸਣਾ ਕਿ ਤੁਸੀਂ ਪੜ੍ਹੋ, ਲਿਖੋ, ਸੋਚੋ, ਸਮਝੋ, ਚੰਗਾ ਸੁਣੋ, ਤੁਹਾਨੂੰ ਪਤਾ ਲੱਗੇ ਕਿ ਕਿੱਥੇ ਤੁਹਾਡੇ ਹੱਕ ਨੇ, ਕਿੱਥੇ ਤੁਹਾਡੇ ਅਧਿਕਾਰ ਨੇ, ਕਿੱਥੇ ਤੁਸੀਂ ਆਪਣੀ ਸਮਝ ਨੂੰ ਹੋਰ ਪ੍ਰਬਲ ਕਰ ਸਕਦੇ ਹੋ, ਤਾਂ ਕਿ ਤੁਸੀਂ ਲੀਡਰਾਂ ਨੂੰ, ਤੁਸੀਂ ਆਪਣੇ ਪੰਜਾਬ ਨੂੰ, ਤੁਸੀਂ ਉਹਨਾਂ ਮਸਲਿਆਂ ਨੂੰ ਉਭਾਰ ਕੇ ਸਾਹਮਣੇ ਲੈ ਕੇ ਆਓ। ਤੁਹਾਨੂੰ ਪਤਾ ਲੱਗੇ ਕਿ ਆਖਿਰਕਾਰ ਤੁਹਾਡੀ ਸਿੱਖਿਆ ਤੁਹਾਡੀ ਕਿੰਨੀ ਮਜ਼ਬੂਤੀ ਹੈ। ਇਸ ਲਹਿਰ 'ਚ ਹਿੱਸਾ ਵੀ ਹੋਣਾ ਚਾਹੀਦਾ। ਬਿਲਕੁਲ ਠੀਕ ਹੈ, ਤੁਸੀਂ ਐਨ 100% ਮੇਰੇ ਦਿਲ ਦੀ ਗੱਲ ਕਹੀ ਹੈ। ਆ ਮੇਰੇ ਸਾਹਮਣੇ ਇੱਕ ਕਿਤਾਬ ਪਈ ਹੈ, 7 ਤਰੀਕ ਨੂੰ, 7 ਨਵੰਬਰ ਨੂੰ CV ਰਮਨ, ਜਿਹੜੇ ਨੋਬਲ ਲਾਰੀਏਟ ਸੀ ਹਿੰਦੁਸਤਾਨ ਦੇ, ਨੋਬਲ ਪ੍ਰਾਈਜ਼ ਵਿਨਰ ਭਾਰਤ ਦੇ, ਚੰਦਰ ਸ਼ੇਖਰ ਵੈਂਕਟ ਰਮਨ, ਉਹਨਾਂ ਦੇ ਜਨਮ ਦਿਨ ਦੇ ਉੱਤੇ ਮੈਂ ਉਹ ਕਿਤਾਬ ਦੇ ਵਿਮੋਚਨ ਕਰਨ ਵਾਸਤੇ ਮੈਨੂੰ ਬੁਲਾਇਆ। ਇੱਕ ਡਾਕਟਰ ਨੇ ਲਿਖੀ ਹੈ, ਲੇਡੀ ਡਾਕਟਰ ਨੇ, ਮੁਕਤਸਰ ਦੇ ਵਿੱਚ। ਮੁਕਤਸਰ ਜਾਊਂਗਾ ਮੈਂ। ਉਹ ਕਿਤਾਬ ਸਕੂਲ ਦੇ ਬੱਚਿਆਂ ਨੂੰ ਇਸੇ ਕੰਮ ਵਾਸਤੇ ਆ, ਮਿਡਲ ਕਲਾਸਾਂ ਦੇ ਬੱਚਿਆਂ ਵਾਸਤੇ, ਇੰਟਰਨਸ਼ਿਪ ਟਾਈਪ। ਇਹ ਸਹੀ ਗੱਲ ਹੈ, ਅੱਜ ਸਾਡੇ ਨਾ ਸਰਕਾਰੀ ਸਕੂਲਾਂ 'ਚ ਨਾ ਪ੍ਰਾਈਵੇਟ ਸਕੂਲਾਂ 'ਚ ਬੱਚੇ ਨੂੰ ਬੱਚਾ ਨਹੀਂ ਬਣਾਇਆ ਜਾ ਰਿਹਾ, ਬੱਚੇ ਨੂੰ ਕੁਝ ਹੋਰ ਹੀ ਬਣਾਇਆ ਜਾ ਰਿਹਾ ਹੈ। ਅਤੇ ਜੇ ਅਸੀਂ ਇਹਨਾਂ ਸਕੂਲਾਂ ਤੋਂ ਆਸ ਕਰਾਂਗੇ, ਇਹ ਮੈਨੂੰ ਲੱਗਦਾ ਨਹੀਂ ਵੀ ਇਹ ਆਸ ਸਾਡੀ ਪੂਰੀ ਹੋਏਗੀ। ਇਹ ਸਾਨੂੰ ਇੱਕ ਪੈਰਲਲ ਮੂਵਮੈਂਟ ਵੱਖਰੀ ਚਲਾਉਣੀ ਪਏਗੀ, ਕਿਉਂਕਿ ਸਕੂਲਾਂ ਦਾ ਤਾਂ ਹਾਲ ਇਹ ਜਿਹਾ ਵੀ ਬੱਚੇ ਨੂੰ ਤਾਂ ਬੋਲਣ ਨਹੀਂ ਦਿੱਤਾ ਜਾਂਦਾ। ਜੇ ਉਹ ਬੋਲਦਾ ਤਾਂ 4 ਥੱਪੜ ਜੜ ਦਿੱਤੇ ਜਾਂਦੇ ਨੇ, 100 ਤਰ੍ਹਾਂ ਦੇ ਲਾਂਛੜ ਲਾਏ ਜਾਂਦੇ ਨੇ। ਐਜੂਕੇਸ਼ਨ ਮਹਿਕਮਾ ਉਹਨਾਂ ਜਿਹੜੇ ਕੁੱਟਣ ਮਾਰਨ ਵਾਲੇ ਨੇ ਉਹਨਾਂ ਦੇ ਅੱਗੇ ਨਤਮਸਤਕ ਹੋਇਆ ਹੋਇਆ, ਰੋਹਬ ਜਿੰਨਾ ਮਰਜ਼ੀ ਪਾਈ ਜਾਵੇ। ਸੋ ਇਸ ਕਰਕੇ ਸਿੱਖਿਆ ਤੰਤਰ ਖਰਚਾ ਬਹੁਤ ਕਰਦਾ ਹੈ ਸਰਕਾਰ ਦਾ, ਪਰ ਇਹ 'ਚੋਂ ਨਿਕਲਣਾ ਕੁਛ ਨਹੀਂ। ਇਹਦੇ ਪੈਰਲਲ, ਕਿਉਂਕਿ ਮੈਂ ਤਾਂ ਕਹਿਣਾ, ਇਹ ਸੁਖਵਿੰਦਰ ਜੀ ਮੇਰਾ ਤਜਰਬਾ ਹੈ, ਮੈਨੂੰ ਭਾਰਤ ਸਰਕਾਰ ਦਾ ਸਲਾਹਕਾਰ ਲਾਇਆ ਗਿਆ ਸੀ। ਤਨਖਾਹ ਨਹੀਂ ਮੈਂ ਕੋਈ ਲੈ ਰਿਹਾ ਸੀ, ਤਨਖਾਹ ਮੈਂ ਆਪਦੀ ਡਾਕਟਰੀ ਵਾਲੀ ਉਹ ਲੈ ਰਿਹਾ ਸੀ। ਬਲਕਿ ਮੈਂ ਡਾਕਟਰੀ ਛੱਡ ਕੇ, ਕਈਆਂ ਨੇ ਆਖਿਆ ਵੀ ਤੇਰਾ ਦਿਮਾਗ ਖਰਾਬ ਹੋਇਆ, ਆ ਅਨਪੜ੍ਹਾਂ ਨੂੰ ਪੜ੍ਹਾਉਂਦਾ ਫਿਰਦਾ ਹੈ, ਤੇ ਕਿੱਥੇ ਤੂੰ ਡਾਕਟਰੀ ਸੁਪਰ ਸਪੈਸ਼ਲਿਸਟ। ਮੈਂ ਆਖਿਆ ਯਾਰ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਸੇਵਾ ਕਿਹੜੇ ਕੰਮ 'ਚ ਹੈ। ਤੋ ਉਹਦੇ ਵਿੱਚ ਅਸੀਂ ਦੇਖਿਆ ਵੀ ਜਿਹੜਾ ਅਡਲਟ ਐਜੂਕੇਸ਼ਨ ਮਹਿਕਮਾ ਸੀ, ਪੈਸੇ ਖਰਚੀ ਜਾਂਦਾ ਸੀ, ਕੋਈ ਪੜ੍ਹਾਈ ਨਹੀਂ ਹੁੰਦੀ ਸੀ, ਉਹੀ ਝੂਠੇ ਅੰਕੜੇ ਦੇਈ ਜਾਂਦੇ ਸੀ। 8-9 ਸਾਲਾਂ ਦੇ ਵਿੱਚ ਉਹਨਾਂ ਨੂੰ 10ਵਾਂ ਹਿੱਸਾ ਪੈਸਾ ਖਰਚ ਕਰਕੇ 10 ਗੁਣਾ ਲੋਕ ਸੱਚੀ ਮੁੱਚੀ ਪੜ੍ਹ ਗਏ। 1 ਲੱਖ ਤੁਹਾਡੇ ਵਰਗਾ ਨੌਜਵਾਨ ਜਿਹੜਾ ਸੀ ਵਲੰਟੀਅਰ ਟੀਚਰ ਬਣਾਇਆ, ਜਿਹਨੂੰ ਟ੍ਰੇਨਡ ਕਰਿਆ, ਜਿਹੜਾ ਇਹ ਸਮਝ ਗਿਆ ਵੀ ਜੀਵਨ ਕਿਵੇਂ ਚਲਾਉਣਾ ਸੀ। ਅੱਜ ਵੀ ਉਹ 30 ਸਾਲ ਹੋ ਗਏ, 20 ਸਾਲ ਹੋ ਗਏ ਉਸ ਮੂਵਮੈਂਟ ਨੂੰ ਇੱਕ ਕਿਸਮ ਦਾ ਖਤਮ ਹੋਈ ਨੂੰ ਕਹਿ ਲਓ। ਫਿਰ ਤਾਂ ਸਰਕਾਰ ਨੇ ਆਪਦੇ ਹੱਥ 'ਚ ਲੈ ਕੇ, ਪਹਿਲਾਂ ਵੀ ਸਰਕਾਰ ਦੇ ਨਾਲ ਹੀ ਸੀ, ਫਿਰ ਉਹਨੇ ਵਲੰਟੀਅਰ ਰੱਖਣ ਦੀ ਬਜਾਏ ਮਹਿਕਮੇ ਵਾਲੀ ਬਣਾਤੀ। ਮਹਿਕਮਿਆਂ ਦਾ ਤਾਂ ਆਪਾਂ ਨੂੰ ਹਾਲ ਪਤਾ ਹੀ ਹੈ, ਉੱਥੇ ਉਹੀ ਚੋਰੀ, ਉਹੀ ਠੱਗੀ, ਉਹੀ ਸਮਾਨ ਖਰੀਦਣ ਚੋਰੀ, ਸਭ ਕੁਝ ਉਹੀ ਕੁਝ ਚੱਲਦਾ। ਮਹਿਕਮਿਆਂ 'ਚ ਕੋਈ ਬਹੁਤਾ ਐਵੇਂ ਨਹੀਂ ਦੁੱਧ ਧੋਤੇ, ਐਵੇਂ ਭੁਲੇਖੇ ਨਾਲ ਕਹੀ ਜੋ ਮਰਜ਼ੀ ਜਾਣ। ਤੇ ਜਿਹੜੇ ਆਪਦੇ ਆਪ ਨੂੰ ਸ਼ਰੀਫ ਕਹਿੰਦੇ ਨੇ, ਉਹ ਫਿਰ ਨਪੰਗ ਜਿਹੇ ਹੋਈ ਰਹਿੰਦੇ ਨੇ ਵੀ ਮੈਂ ਕੀ ਕਰਾਂ ਜੀ, ਜੀ ਮੇਰੀ ਨੌਕਰੀ ਨਾਲ ਤੇਰੇ ਰੋਈ ਜਾਂਦੇ ਨੇ। ਕਈ ਬੰਦੇ ਮੈਨੂੰ ਇਸ ਕਰਕੇ ਬੁਰੇ ਵੀ ਲੱਗਦੇ ਨੇ, ਜਦ ਕਹਿੰਦੇ ਨੇ ਉਦੋਂ ਤਾਂ ਜੀ ਮੈਂ ਨੌਕਰੀ ਸੀ ਤਾਂ ਨਹੀਂ ਬੋਲਿਆ, ਹੁਣ ਬੋਲਦਾ ਖੁੱਲ੍ਹ ਕੇ। ਇਹਦਾ ਮਤਲਬ ਨੌਕਰੀ ਵਾਲੇ ਨੂੰ ਤੂੰ ਨੌਕਰੀ 'ਚੋਂ ਕਢਾਉਣਾ ਹੈ, ਉਦੋਂ ਕਿਉਂ ਨਹੀਂ ਬੋਲਿਆ? ਉਦੋਂ ਬੋਲਣਾ ਜਦ ਖਤਰਾ ਮੁੱਲ ਨਹੀਂ ਲੈਂਦਾ ਕੋਈ, ਉਦੋਂ ਫਿਰ ਤੁਸੀਂ ਇਹ ਕਰ ਨਹੀਂ ਸਕਦੇ ਕਦੇ ਵੀ। ਜਿੰਨਾ ਚਿਰ ਤੁਸੀਂ ਕੋਈ ਚੀਜ਼ ਆਪਦੇ ਕੋਲੋਂ ਤਿਆਗਦੇ ਨਹੀਂ, ਉਹਨਾਂ ਚਿਰ ਤੁਸੀਂ ਪ੍ਰਾਪਤ ਵੀ ਕੁਛ ਨਹੀਂ ਕਰ ਸਕਦੇ। ਮੈਂ ਜੇ ਲੋਕਾਂ ਨੂੰ ਆਪਦੀ ਗੱਲ ਸੁਣਾਉਣੀ ਚਾਹੁੰਦਾ, ਤੁਹਾਡੇ ਰਾਹੀਂ ਸੁਣਾਉਣੀ ਚਾਹੁੰਦਾ, ਤਾਂ ਮੈਨੂੰ ਟਾਈਮ ਦੇਣਾ ਪਊਗਾ। ਤੁਸੀਂ ਆਪਦਾ, ਤੁਹਾਨੂੰ ਮੀਡੀਆ ਯੂਜ਼ ਕਰਨਾ ਪਊਗਾ। ਜੇ ਤੁਸੀਂ ਮੇਰੀ ਗੱਲ ਸੁਣਾਉਣਾ ਚਾਹੁੰਦੇ ਹੋ ਲੋਕਾਂ ਨੂੰ, ਤੁਹਾਨੂੰ ਕੁਛ ਨਾ ਕੁਛ ਤਾਂ ਛੱਡਣਾ ਪਊਗਾ ਨਾ, ਕੁਛ ਪ੍ਰਾਪਤੀ ਵਾਸਤੇ ਕੁਛ ਛੱਡਣਾ ਪੈਂਦਾ। ਸੋ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਗੀਤ ਹੋਣਗੇ, ਇਹਦੇ 'ਚ ਨਾਟਕ ਹੋਣਗੇ, ਇਹਦੇ 'ਚ ਬੋਲੀਆਂ ਹੋਣਗੀਆਂ, ਇਹਦੇ 'ਚ ਟੱਪੇ ਹੋਣਗੇ, ਇਹਦੇ 'ਚ ਨਾਅਰੇ ਹੋਣਗੇ। ਜਿਹਦੇ ਵਿੱਚ ਜੇ ਔਰਤ ਹੈ ਤਾਂ ਔਰਤ ਕਹੇਗੀ, ਮੈਂ ਔਰਤ ਜਗ ਦੀ ਜਨਨੀ, ਮੇਰੀ ਦਰਦ ਕਹਾਣੀ ਵੇ, ਸੁਣ ਸਕਦਾ ਹੈ ਤਾਂ ਸੁਣ ਕੇ ਜਾਵੀਂ, ਮੇਰੀ ਕਥਾ ਪੁਰਾਣੀ ਵੇ। ਮੈਂ ਜੰਮੀ ਤਾਂ ਸੋਗ ਪਿਆ, ਕਿਸੇ ਨੇ ਦਿੱਤੀਆਂ ਵਧਾਈਆਂ ਵੇ, ਨਿੰਮ ਨਾ ਬੰਨੀ ਬੂਹੇ ਅੱਗੇ, ਨਾ ਡੂਮਾਂ ਨਾ ਨਾਈਆਂ ਵੇ।
ਬਾਪੂ ਮੱਥਾ ਫੜ ਕੇ ਬਹਿ ਗਿਆ, ਮਾਂ ਨੇ ਆਨਣ ਪਾਣੀ ਵੇ, ਮੈਂ ਔਰਤ ਹਾਂ ਜਗਦੀ ਜਨਨੀ, ਮੇਰੀ ਦਰਦ ਕਹਾਣੀ ਵੇ। ਜਾਂ ਹੋਏਗਾ, मेहनत करने वालों लोगों पढ़ना लिखना सीखो, भुख नाल लड़ने वालों लोगों पढ़ना लिखना सीखो, तुसी बनाईयां सड़कां धरती तुसी सजाई, पर वाग डोर देश दी तुहाडे हत्थ ना आई। ये गीत गाएगा, वो गीत गाएगा, खेड खेड विच इत्थे सारे सिखां ते सिखावांगे, असीं ते दुनिया बने हां किद्दां, समझांगे ते समझावांगे। किवें बनिया? पता करो वे लोको, जांदी है किधर कमाई वे लोको, पता करो वे लोको, जांदी है किधर कमाई वे लोको। ये गीत गाउणगियां कुड़ियां, कुड़ियां गीत गाउणगियां, मैं स्कीमां घड़ दीए, मैं स्कीमां घड़ दीए, तू मैनू जम्मणों ना रोक नी, ਧੀਆਂ ਦਾ ਹੈ ਜੰਮਣ ਦਾ ਹੱਕ ਨਹੀਂ। ਮਾਏ ਸਕੀਮਾਂ ਘੜ ਦਈਏ, ਤੂੰ ਮੈਨੂੰ ਜੰਮਣੋਂ ਨਾ ਡੱਕ ਨਹੀਂ, ਧੀਆਂ ਦਾ ਵੀ ਹੈ ਜੰਮਣ ਦਾ ਹੱਕ ਨਹੀਂ। ਧੀਆਂ ਦੇ ਸੁੱਖ ਨਹੀਂ ਲੱਭਣੇ ਮਾਏ, ਪੁੱਤ ਜੰਮ ਕੇ ਦੋ ਤੇ ਚਾਰ ਨਹੀਂ। ਮਾਏ ਸਕੀਮਾਂ ਘੜ ਦਈਏ, ਤੂੰ ਕੁਝ ਤਾਂ ਸੋਚ ਵਿਚਾਰ ਨਹੀਂ। ਇਹ ਔਰਤ ਕਹੇਗੀ, ਔਰਤ ਕਹੇਗੀ, ਪੇਕੇ ਘਰ ਹਾਂ ਮੈਂ ਧਨ ਵਿਗਾਨਾ, ਸਹੁਰੇ ਬਗਾਨੀ ਧੀ ਵੇ ਲੋਕੋ, ਮੇਰੇ ਪੱਲੇ ਕੀ ਵੇ ਲੋਕੋ, ਮੇਰੇ ਪੱਲੇ ਕੀ। ਔਰ ਦੂਜੇ ਪਾਸੇ ਕਹੇਗੀ, ਕੋਠੇ ਤੇ ਖਲੋ ਮਾਈਆ, ਆ ਜਾ ਆਪਾਂ ਦੋਵੇਂ ਵੰਡੀਏ, ਅੱਖਰਾਂ ਦੀ ਲੋ ਮਾਈਆ, ਆ ਜਾ ਆਪਾਂ ਦੋਵੇਂ ਵੰਡੀਏ, ਅੱਖਰਾਂ ਦੀ ਲੋ ਮਾਈਆ। ਸੋ ਇਹ ਗੀਤ ਗਾਏ ਜਾਣਗੇ, ਇਹ ਟੱਪੇ ਗਾਏ ਜਾਣਗੇ, ਇਹ ਨਾਰੇ ਹੋਣਗੇ, ਪਰ ਟਾਈਮ ਲੱਗੇਗਾ। ਬਿਲਕੁਲ ਜੀ, ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ। ਡਾਕਟਰ ਸਾਹਿਬ ਦੇ ਵਿਚਾਰ ਸੁਣ ਕੇ ਜਿੰਨੀ ਵਾਰ ਵਾਹ ਕਹੀ ਜਾਵੇ ਉਨੀ ਵਾਰ ਥੋੜੀ ਹੁੰਦੀ ਹੈ। ਮੈਂ ਤਾਂ ਲਗਾਤਾਰ ਵਾਹ-ਵਾਹੀ ਕਰ ਰਿਹਾ ਸੀ। ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ। ਜੇ ਅਸੀਂ ਡਾਕਟਰ ਸਾਹਿਬ ਹੁਣੇ ਆਪਣਾ ਸਮਾਂ ਜਿਹੜਾ ਇਹਨਾਂ ਲੋਕਾਂ ਨੂੰ ਦਿੰਦੇ ਨੇ, ਲੋਕਾਂ ਦੇ ਅੱਗੇ ਆਪਣੇ ਵਿਚਾਰ ਰੱਖਦੇ ਨੇ, ਮਸਲਿਆਂ ਨੂੰ ਚਾਹੁੰਦੇ ਨੇ ਕਿ ਪੰਜਾਬ ਦੇ ਮੁੱਦਿਆਂ ਦਾ ਹੱਲ ਹੋਵੇ, ਉਹ ਚੱਕਰਵਿਊਹ ਜਿਹਦੇ ਵਿੱਚ ਪੰਜਾਬੀ ਫਸੇ ਹੋਏ ਨੇ ਉਹ ਤੋਂ ਬਾਹਰ ਨਿਕਲਣ, ਸੋਚਣ, ਸਮਝਣ, ਸੁਣਨ, ਚੰਗਾ ਸੋਚਣ, ਚੰਗਾ ਸੁਣਨ, ਚੰਗਾ ਸਮਝਣ, ਤਾਂ ਹੀ ਲੋਕ ਜਿਹੜਾ ਉਹ ਬਦਲਾਅ ਲਿਆ ਸਕਦੇ ਨੇ। ਜਿਹੜੇ ਬਦਲਾਅ ਦੀ ਉਹ ਗੱਲ ਕਰਦੇ ਨੇ, ਜਿਹੜਾ ਨਵਾਂ ਨਰੋਆ ਪੰਜਾਬ ਲੋਕਾਂ ਨੂੰ ਦਿਖਾਇਆ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਹੋਏਗਾ, ਹੋ ਸਕਦਾ ਹੈ ਜੇ ਲੋਕ ਚਾਹਣ ਤਾਂ। ਆਪਣੇ ਵਿਚਾਰ ਕਮੈਂਟ ਜ਼ਰੂਰ ਕरें, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।